ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਦੇ ਵਿੱਚ ਟੈਲੀਵਿਜ਼ਨ ਮੀਡੀਆ ਦੇ ਮਾਧਿਅਮ ਰਾਹੀਂ ਇਸ ਅਸਥਾਨ ਤੋਂ ਸਰਵਣ ਕਰਦੀਆਂ ਹੋ, ਉਹਨਾਂ ਚੱਲ ਰਹੀਆਂ ਲੜੀਵਾਰ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਕਿਰਪਾ ਕਰਨ, ਮਿਹਰ ਭਰਿਆ ਹੱਥ ਸਿਰ ਤੇ ਰੱਖਣ, ਆਪ ਰਸਨਾ ਉੱਤੇ ਵਰਤ ਕਰਕੇ ਸਤਿਗੁਰੂ ਜੀ ਆਪਣੀ ਬਾਣੀ ਆਪਣੇ ਸ਼ਬਦ ਦੇ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਤੀਜੇ ਕੇ। ਇਕ ਓੰਕਾਰ ਸਤ ਗੁਰ ਪ੍ਰਸਾਦ। ਸਤ ਸੂਰੋ ਸੀਲ ਬਲਵੰਤ। ਸਤ ਪਾਏ ਸੰਗਤ ਸਗਨ ਗਰੂ ਮਤ ਨਿਰਵੈਰ ਲੀਨਾ। ਜਿਸ ਧੀਰਜ ਧੁਰ ਧਵਲ ਤੁਝਾ। ਸੇਤ ਬੈਕੁੰਠ ਬੀਣਾ। ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਭੱਟ ਕਲ ਸਹਾਰ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸਵਈਏ ਮਹੱਲੇ ਤੀਜੇ ਕੇ ਸਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1393 ਔਰ 94 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਭੱਟ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਵਡਿਆਈ, ਉਹਨਾਂ ਦੀ ਸ਼ੋਭਾ ਜਿਹੜੀ ਉਹ ਗਾਇਨ ਕਰ ਰਹੇ ਨੇ ਔਰ ਗੁਰੂ ਅਮਰਦਾਸ ਸਾਹਿਬ ਜੀ ਦੀ ਵਡਿਆਈ ਕਰਦਿਆਂ ਹੋਇਆਂ ਅੱਜ ਭੱਟ ਸਾਹਿਬਾਨ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਸੱਚ ਦਾ ਸੂਰਮਾ ਆਖਦੇ ਨੇ ਵੀ ਉਹ ਇੱਕ ਸੱਚ ਦੇ ਸੂਰਮੇ ਨੇ, ਸੱਚ ਦੇ ਯੋਧੇ ਨੇ ਔਰ ਬੜੇ ਹੀ ਨੇਕ ਸੁਭਾਅ ਦੇ ਮਾਲਕ ਨੇ। ਸਵਈਆਂ ਦੇ ਅੰਦਰ ਅਕਸਰ ਆਪਾਂ ਜਦੋਂ ਇਹ ਬਾਣੀ ਦੀ ਸਵਈਆਂ ਦੇ ਵਿਚਾਰ ਪ੍ਰਾਰੰਭੀ ਸੀ ਤੇ ਆਪ ਸੰਗਤ ਦੇ ਸਨਮੁਖ ਇਹ ਬੇਨਤੀ ਜਿਹੜੀ ਉਹ ਕੀਤੀ ਗਈ ਸੀ ਕਿ ਭੱਟ ਸਾਹਿਬਾਨ ਦਾ ਜਿਹੜਾ ਕਰਮ ਹੈ ਉਹ ਇਹ ਹੁੰਦਾ ਸੀ ਰਾਜੇ ਬਾਦਸ਼ਾਹਾਂ ਦੇ ਦਰਬਾਰਾਂ ਵਿੱਚ ਜਾ ਕਰਕੇ ਉਹਨਾਂ ਦੀ ਵਡਿਆਈ ਨੂੰ ਗਾਉਣਾ, ਉਹਨਾਂ ਦੇ ਗੁਣਾਂ ਨੂੰ ਪ੍ਰਗਟਾਉਣਾ, ਆਪਣੇ ਕੋਲੋਂ ਉਹਨਾਂ ਦੇ ਗੁਣ, ਉਹਨਾਂ ਦੀ ਰਾਜ ਤਾਕਤ, ਉਹਨਾਂ ਦੀ ਰਾਜ ਸੱਤਾ, ਉਹ ਸਾਰਾ ਕੁਝ ਵੇਖ ਕਰਕੇ ਤੇ ਉਹਨੂੰ ਰਚਨਾ ਦੇ ਰਾਹੀਂ, ਕਵਿਤਾ ਦੇ ਰਾਹੀਂ ਜਾਂ ਕਿਸੇ ਰੂਪ ਦੇ ਰਾਹੀਂ ਉਹਨੂੰ ਪ੍ਰਗਟ ਕਰਨਾ। ਇਹ ਭੱਟਾਂ ਦਾ ਕਰਮ ਸੀ।
ਹੁਣ ਵੱਖਰੇ ਵੱਖਰੇ ਢੰਗ ਦੇ ਨਾਲ ਭੱਟ ਜਿਹੜੇ ਕਰਮ ਕਮਾਉਂਦੇ ਸਨ। ਰਾਜੇ ਕੋਲ ਗਏ, ਉਹਨਾਂ ਰਾਜੇ ਦੀ ਵਡਿਆਈ ਕੀਤੀ। ਕਿਸੇ ਫਕੀਰ ਕੋਲ ਗਏ, ਉਹਨਾਂ ਫਕੀਰ ਦੀ ਸ਼ੋਭਾ ਨੂੰ ਗਾ ਲਿਆ। ਇੱਦਾਂ ਉਹਨਾਂ ਦਾ ਕਰਮ ਸੀ। ਤੇ ਇੱਕ ਇਹ ਵੀ ਕਹਿ ਸਕਦੇ ਹਾਂ ਵੀ ਉਹਨਾਂ ਦੀ ਰੋਜ਼ੀ ਰੋਟੀ ਦਾ ਸਾਧਨ ਵੀ ਇਹੀ ਸੀ ਉਹਨਾਂ ਦੇ ਕੋਲ, ਵੀ ਉਹਨਾਂ ਰਾਜਿਆਂ ਦੇ ਦਰਬਾਰਾਂ ਵਿੱਚ ਜਾ ਕੇ ਗਾਉਣਾ ਤੇ ਰਾਜੇ ਨੇ ਪ੍ਰਸੰਨ ਹੋ ਕੇ ਉਹਨਾਂ ਨੂੰ ਉਹਨਾਂ ਦੀ ਰੋਜ਼ੀ ਰੋਟੀ ਵਾਸਤੇ ਧਨ ਦੌਲਤ ਜਿਹੜਾ ਉਹ ਦੇ ਦੇਣਾ। ਪਰ ਹੁਣ ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਪ੍ਰਤੀ, ਮਾਲਕ ਜੀ ਦੀ ਵਡਿਆਈ ਦੇ ਪ੍ਰਤੀ ਭੱਟ ਸਾਹਿਬਾਨ ਬੋਲ ਗਾਇਨ ਕਰ ਰਹੇ ਨੇ, ਉਹਨਾਂ ਦੀ ਸ਼ੋਭਾ ਵਿੱਚ ਬਚਨ ਉਚਾਰ ਰਹੇ ਨੇ। ਖਿਆਲ ਕਰਿਓ, ਬੈਠੇ ਗੁਰੂ ਅਰਜਨ ਸਾਹਿਬ ਦੇ ਦਰ ਦੇ ਉੱਤੇ ਨੇ। ਸਤਿਗੁਰੂ ਅਰਜਨ ਸਾਹਿਬ ਦੇ ਦਰ ਉੱਤੇ ਬੈਠੇ ਹੋਏ ਇਹ ਲਾਲਚ ਨਹੀਂ ਲੈ ਕੇ ਕੋਈ ਬੈਠੇ, ਇਹ ਲੋਭ ਵਿੱਚ ਨਹੀਂ ਬੈਠੇ। ਇਹ ਕੇਵਲ ਸੰਸਾਰ ਦੇ ਉੱਤੇ ਨਾ ਜੋ ਇਹਨਾਂ ਨੇ ਭ੍ਰਮਣ ਕੀਤਾ, ਜਾਂ ਸੰਸਾਰ ਦੇ ਉੱਤੇ ਜੋ ਇਹ ਧਰਮ ਦੀ ਖੋਜ ਕਰਦੇ ਹੋਏ ਧਰਮ ਨੂੰ ਲੱਭ ਰਹੇ ਸਨ, ਤੇ ਗੁਰੂ ਅਰਜਨ ਸਾਹਿਬ ਦੇ ਦਰ ਦੇ ਉੱਤੇ ਆ ਕੇ ਇੱਕ ਧਰਮ ਦਾ ਗਿਆਨ ਕਹਿ ਸਕਦੇ ਹਾਂ, ਧਰਮ ਦੇ ਬਾਰੇ ਵਿੱਚ ਵਿਚਾਰ ਜਿਹੜੀ ਉਹ ਇਹਨਾਂ ਨੂੰ ਮਿਲੀ। ਤੇ ਇਹ ਕਹਿ ਸਕਦੇ ਹਾਂ ਵੀ ਜਿਹੜਾ ਹਿਰਦੇ ਦਾ ਸਕੂਨ, ਹਿਰਦੇ ਦੀ ਸ਼ਾਂਤੀ, ਹਿਰਦੇ ਦਾ ਟਿਕਾ ਇਹ ਬਾਹਰੋਂ ਲੱਭਦੇ ਫਿਰਦੇ ਸਨ, ਉਹ ਅੱਜ ਇਹਨਾਂ ਨੂੰ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿੱਚ ਆ ਕੇ ਮਿਲਿਆ। ਜਦੋਂ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿੱਚ ਆ ਕੇ ਇਹਨਾਂ ਨੂੰ ਟਿਕਾ, ਇਹਨਾਂ ਨੂੰ ਸਕੂਨ, ਮਨ ਦੀ ਸ਼ਾਂਤੀ, ਮਨ ਦਾ ਟਿਕਾ ਮਿਲਦਾ ਹੈ। ਮਨ ਦਾ ਟਿਕਾ ਮਿਲ ਜਾਣ ਤੋਂ ਬਾਅਦ ਵਿੱਚ ਇਹ ਸਾਰੇ ਦੇ ਸਾਰੇ ਹੁਣ ਸਤਿਗੁਰੂ ਪਾਤਸ਼ਾਹ ਜੀ ਦੀ ਸ਼ੋਭਾ ਨੂੰ ਫਿਰ ਗਾਇਨ ਕਰਦੇ ਨੇ, ਗੁਰੂ ਸਾਹਿਬ ਦੀ ਵਡਿਆਈ ਕਰਦੇ ਨੇ। ਔਰ ਅੱਜ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ੋਭਾ ਦੇ ਵਿੱਚ ਜੋ ਭੱਟ ਕਲ ਸਹਾਰ ਜੀ ਨੇ ਵਚਨ ਉਚਾਰੇ, ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਆਖਦੇ ਕਹਿੰਦੇ ਜੀ, ਗੁਰੂ ਅਮਰਦਾਸ ਪਾਤਸ਼ਾਹ ਨੇ ਸਤ ਸੂਰਾ ਸੀਲ ਬਲਵੰਤ ਸਤ ਭਏ। ਗੁਰੂ ਅਮਰਦਾਸ ਪਾਤਸ਼ਾਹ ਜੀ ਜਿਹੜੇ ਨੇ ਉਹ ਸੱਚ ਦੇ ਸੂਰਮੇ ਨੇ, ਸੀਲ ਦੇ ਵਿੱਚ ਬੜੇ ਤਗੜੇ ਨੇ, ਬੜੇ ਬਲਵਾਨ ਨੇ, ਸਦਾ ਹੀ ਨੇਕ ਸੁਭਾਅ ਦੇ ਮਾਲਕ ਨੇ। ਔਰ ਜਿੱਥੇ ਅਨੇਕ ਸੁਭਾਅ ਵਾਲੇ ਮਾਲਕ ਨੇ, ਉੱਥੇ ਬਹੁਤ ਜ਼ਿਆਦਾ ਸੰਗਤ ਜਿਹੜੀ ਹੈ ਉਹ ਹਰ ਵਕਤ ਸਤਿਗੁਰੂ ਪਾਤਸ਼ਾਹ ਦੇ ਦਰ ਦੇ ਉੱਤੇ, ਮਾਲਕ ਜੀ ਦੇ ਦਰ ਦੇ ਉੱਤੇ ਸਤਿਗੁਰੂ ਦੇ ਦਰਸ਼ਨ ਕਰਨ ਲਈ ਆ ਰਹੀ ਹੈ। ਔਰ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਹੜੇ ਐਸੇ ਸੁਭਾਅ ਦੇ ਮਾਲਕ ਨੇ, ਉਹ ਨਿਰਵੈਰ ਹਰੀ ਪ੍ਰਮਾਤਮਾ ਦੇ ਅੰਦਰ ਲੀਨ ਨੇ। ਭਾਵ ਉਹਨਾਂ ਨੇ ਆਪਣੀ ਸੁਰਤ ਜਿਹੜੀ ਹੈ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਜੋੜ ਰੱਖੀ ਹੈ, ਜਾਂ ਉਹਦੇ ਵਿੱਚ ਆਪਣੀ ਸੁਰਤ ਨੂੰ ਲੀਨ ਕੀਤਾ ਹੋਇਆ ਹੈ। ਜਿਹੜਾ ਅਕਾਲ ਪੁਰਖ ਪਰਮੇਸ਼ਵਰ ਖੁਦ ਵੈਰ ਭਾਵਨਾ ਤੋਂ ਰਹਿਤ ਹੈ, ਉਹਦੇ ਵਿੱਚ ਸਤਿਗੁਰੂ ਜੀ ਨੇ ਆਪਣਾ ਆਪਾ ਜਿਹੜਾ ਉਹਨੂੰ ਲੀਨ ਕੀਤਾ ਹੋਇਆ, ਆਪਣਾ ਆਪਾ ਉਹਦੇ ਵਿੱਚ ਸਮਾ ਰੱਖਿਆ। ਹੁਣ ਥੋੜਾ ਜਿਹਾ ਖਿਆਲ ਕਰਿਓ, ਸਤ ਸੂਰਾ, ਹੁਣ ਸੱਚ ਦਾ ਸੂਰਮਾ ਜਿਹੜਾ ਹੈ, ਕਿਉਂਕਿ ਸੂਰਮੇ ਜਿਹੜੇ ਸੰਸਾਰ ਦੇ ਉੱਤੇ ਦੁਨੀਆ ਦੀਆਂ ਨਜ਼ਰਾਂ ਵਿੱਚ ਤੇ ਉਹ ਹੀ ਨੇ ਨਾ ਜਿਨ੍ਹਾਂ ਨੇ ਹੱਥ ਵਿੱਚ ਤਲਵਾਰ ਫੜ ਲਈ, ਹੱਥ ਵਿੱਚ ਕਿਰਪਾਨ ਫੜ ਲਈ, ਜੰਗ ਕਰਨ ਦਾ ਤਰੀਕਾ, ਲੜਾਈ ਕਰਨ ਦਾ ਢੰਗ ਆ ਗਿਆ, ਲੋਕਾਂ ਨੇ ਸੂਰਮਾ ਆਖਿਆ। ਗੁਰਬਾਣੀ ਨੇ ਜਦੋਂ ਸੂਰਮਿਆਂ ਦੀ ਗੱਲ ਕੀਤੀ ਤੇ ਸੂਰਮਿਆਂ ਦੇ ਵਿੱਚ ਉਹਨਾਂ ਨੇ ਇੱਕ ਕੈਟਾਗਰੀ ਇਹ ਵੀ ਰੱਖੀ ਸੀ, ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸ ਤਾਕੈ ਜਾਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ ਸ਼ਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ। ਜਨ ਕੇ ਚਰਨ ਵਸੈ ਮੇਰੇ ਹੀ ਹਰੈ ਸੰਗ ਪੁਨੀਤਾ ਦੇਹੀ। ਜਨ ਕੀ ਧੂਰ ਦੇਹੁ ਕਿਰਪਾ ਨਿਧ ਨਾਨਕ ਕਹਿ ਸੁਖ ਇਹੀ। ਗੁਰਬਾਣੀ ਨੇ ਇੱਕ ਸੂਰਮਾ ਇਹ ਵੀ ਆਖਿਆ। ਫਿਰ ਗੁਰਬਾਣੀ ਨੂੰ ਜਦੋਂ ਵਿਚਾਰੋਗੇ ਤੇ ਗੁਰਬਾਣੀ ਵਿੱਚ ਭਗਤ ਕਬੀਰ ਸਾਹਿਬ ਆਖਦੇ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ। ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾੜੈ ਖੇਤ। ਇੱਕ ਸੂਰਮਾ ਉਹ ਵੀ ਹੈ। ਹੁਣ ਅੱਜ ਜਿਹੜਾ ਸੂਰਮੇ ਦੀ ਗੱਲ ਕਰ ਰਹੇ ਨੇ, ਸਤ ਸੂਰਾ, ਸੱਚ ਦਾ ਸੂਰਮਾ, ਸੱਚ ਦਾ ਸਹਾਰਾ ਲੈ ਕੇ ਚੱਲਣ ਵਾਲਾ, ਸੱਚ ਬੋਲਣ ਵਾਲਾ, ਹਰ ਜਗ੍ਹਾ ਦੇ ਉੱਤੇ ਸੱਚ ਨੂੰ ਪ੍ਰਗਟਾਉਣ ਵਾਲਾ, ਤੇ ਸੱਚ ਦੇ ਸਹਾਰੇ ਉੱਤੇ, ਸੱਚ ਦੇ ਆਧਾਰ ਉੱਤੇ ਚੱਲਣ ਵਾਲਾ ਵੀ ਸੂਰਮੇ ਤੋਂ ਘੱਟ ਨਹੀਂ। ਕਿਉਂਕਿ ਸੱਚ ਬੋਲਣ ਵਾਲਾ ਹਮੇਸ਼ਾ ਆਪਣੀ ਮੌਤ ਆਪਣੀ ਤਲੀ ਤੇ ਲੈ ਕੇ ਘੁੰਮਦਾ ਹੈ। ਸੱਚ ਬੋਲਣ ਵਾਲਾ ਹਮੇਸ਼ਾ ਆਪਣੀ ਮੌਤ ਜਿਹੜੀ ਉਹਨੂੰ ਆਪਣੇ ਹੱਥ ਉੱਤੇ ਰੱਖ ਕੇ ਘੁੰਮਦਾ, ਕਿਉਂਕਿ ਨਹੀਂ ਪਤਾ ਸੱਚ ਬੋਲਣ ਦਾ ਨਤੀਜਾ ਕਿੱਥੇ ਕੀ ਭੁਗਤਣਾ ਪੈ ਸਕਦਾ। ਹੁਣ ਜਿਹੜਾ ਸੱਚ ਬੋਲਣ ਵਾਲਾ ਹੈ ਜਾਂ ਸੱਚ ਦਾ ਸਹਾਰਾ ਲੈ ਕੇ ਚੱਲਣ ਵਾਲਾ ਹੈ, ਖਿਆਲ ਕਰਿਓ ਥੋੜਾ ਜਿਹਾ ਪੱਖ ਮੈਂ ਇੱਥੇ ਵੀ ਰੱਖਦਾ ਚੱਲਾਂ, ਚਾਹੇ ਸੱਚ ਬੋਲਣਾ, ਚਾਹੇ ਸੱਚ ਸੁਣਨਾ, ਤੇ ਭਾਵੇਂ ਸੱਚ ਨੂੰ ਮੰਨਣਾ, ਬੜਾ ਕਠਿਨ ਹੈ। ਜਿਹੜਾ ਸੱਚ ਨੂੰ ਸੁਣ ਲੈਂਦਾ ਉਹ ਵੀ ਸੂਰਮਾ ਹੈ, ਜਿਹੜਾ ਸੱਚ ਨੂੰ ਮੰਨ ਲੈਂਦਾ ਉਹ ਵੀ ਸੂਰਮਾ ਹੈ, ਤੇ ਜਿਹੜਾ ਸੱਚ ਬੋਲਦਾ ਉਹ ਵੀ ਸੂਰਮਾ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਬਾਣੀ ਦੇ ਅੰਦਰ ਪ੍ਰਗਟਾਵਾ ਕੀਤਾ ਸੀ ਤੇ ਮਾਲਕ ਜੀ ਨੇ ਜ਼ਿਕਰ ਕਰਦਿਆਂ ਇਹ ਆਖਿਆ ਸੀ, ਭਾਈ ਸਭ ਤੋਂ ਵੱਡਾ ਧਰਮ ਹੀ ਇਹ ਹੈ, ਜਾਂ ਸਾਡਾ ਅਸਲ ਦੇ ਅੰਦਰ ਕਰਮ ਹੀ ਇਹ ਹੈ ਕਿ ਅਸੀਂ ਸੱਚ ਜਿਹੜਾ ਉਹਨੂੰ ਬੋਲੀਏ,
ਸੱਚ ਦਾ ਪ੍ਰਗਟਾਵਾ ਜਿਹੜਾ ਉਹ ਕਰੀ ਹੈ, ਜਿਹਨੂੰ ਸਤਿਗੁਰੂ ਜੀ ਆਖਦੇ ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀ ਹੈ, ਕਿ ਭਾਈ ਜਦੋਂ ਵੀ ਸਬਬ ਮਿਲੇ, ਸਮਾਂ ਮਿਲੇ, ਮੌਕਾ ਮਿਲੇ ਤੇ ਉਦੋਂ ਸੱਚ ਦਾ ਸਹਾਰਾ ਲੈ ਕੇ ਚੱਲੀ, ਸੱਚ ਬੋਲੀ, ਝੂਠ ਨਾ ਬੋਲੀ, ਕਿਉਂਕਿ ਝੂਠ ਬੋਲਣਾ ਧਰਮ ਨਹੀਂ, ਸੱਚ ਬੋਲਣਾ ਤੇਰਾ ਧਰਮ ਬਣ ਜਾਏਗਾ, ਧਰਮ ਦਾ ਕਰਮ ਬਣ ਜਾਏਗਾ। ਹੁਣ ਸੱਤ ਸੂਰੋ, ਸੱਚ ਦੇ ਸੂਰਮੇ ਨੇ, ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਦੀ ਜਦੋਂ ਜੀਵਨੀ ਪੜ੍ਹਦੇ ਆ ਨਾ, ਭੱਟ ਸਾਹਿਬਾਨਾਂ ਦੇ ਵਿੱਚ ਮੈਂ ਇਸੇ ਲਈ ਪਹਿਲਾਂ ਇਹ ਪੱਖ ਰੱਖਿਆ ਸੀ ਕਿ ਭੱਟ ਸਾਹਿਬਾਨ ਜਦੋਂ ਵਡਿਆਈ ਕਰਦੇ ਨੇ, ਜਦੋਂ ਸ਼ੋਭਾ ਕਰਦੇ ਨੇ, ਉਹ ਰਾਜੇ ਦੇ ਦਰਬਾਰ ਵਿੱਚ ਜਾ ਕੇ ਰਾਜੇ ਦੀ ਸ਼ੋਭਾ ਗਾਉਂਦੇ। ਹੁਣ ਰਾਜੇ ਦੇ ਦਰਬਾਰ ਵਿੱਚ ਜਾ ਕੇ ਜਦੋਂ ਸ਼ੋਭਾ ਗਾਉਂਦੇ ਤੇ ਉਹ ਸ਼ੋਭਾ ਕਿਸ ਤਰੀਕੇ ਨਾਲ ਗਾਉਂਦੇ ਨੇ, ਜੋ ਜੋ ਉਹਨਾਂ ਨੂੰ ਉਹਦੇ ਰਾਜ ਦਰਬਾਰ ਵਿੱਚੋਂ ਨਜ਼ਰ ਆਉਂਦਾ, ਜੋ ਉਹਨਾਂ ਨੂੰ ਉਹਦੇ ਜੀਵਨ ਵਿੱਚੋਂ ਦਿਸਦਾ, ਜੋ ਉਹਨਾਂ ਗਾਉਣ ਵਾਲਿਆਂ ਗਵਈਆਂ ਨੂੰ ਜਾਂ ਕਵਿਤਾ ਰਚਨ ਵਾਲੇ ਕਵੀਆਂ ਨੂੰ ਰਾਜੇ ਦੇ ਦਰਬਾਰ ਵਿੱਚ, ਰਾਜੇ ਦੀ ਪਰਜਾ ਦੇ ਵਿੱਚ, ਰਾਜੇ ਦੇ ਰਾਜ ਭਾਗ ਦੇ ਵਿੱਚ ਜਾਂ ਰਾਜੇ ਦੇ ਜੀਵਨ ਵਿੱਚ ਉਹਨਾਂ ਨੂੰ ਜੋ ਕੁਝ ਦਿਸਦਾ ਉਹ ਉਹਨੂੰ ਕਾਵ ਰੂਪ ਦੇ ਦਿੰਦੇ ਨੇ, ਕਵਿਤਾ ਬਣਾ ਕੇ, ਤੇ ਰਾਜੇ ਦੀ ਵਡਿਆਈ, ਰਾਜੇ ਦੀ ਸ਼ੋਭਾ ਨੂੰ ਗਾਉਂਦੇ ਨੇ। ਇਹ ਉਹਨਾਂ ਕਵੀਆਂ ਦਾ ਇੱਕ ਤਰੀਕਾ ਹੈ। ਹੁਣ ਗੁਰੂ ਅਮਰਦਾਸ ਸਾਹਿਬ ਦੇ ਦਰਬਾਰ ਵਿੱਚ, ਭਾਵ ਜਦੋਂ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿੱਚ ਬੈਠੇ ਨੇ ਤੇ ਉਹਨਾਂ ਸਤਿਗੁਰੂ ਨਾਨਕ ਸਾਹਿਬ ਦੀ ਵਡਿਆਈ ਨੂੰ ਵੇਖਿਆ, ਉਹਨਾਂ ਦੀ ਜੀਵਨੀ ਨੂੰ ਵੇਖਿਆ, ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਨੂੰ ਉਹਨਾਂ ਵੇਖਿਆ, ਗੁਰੂ ਅਮਰਦਾਸ ਸਾਹਿਬ ਜੀ ਦੇ ਜਦੋਂ ਜੀਵਨ ਨੂੰ ਵੇਖਦੇ ਤੇ ਸਤਿਗੁਰੂ ਅਮਰਦਾਸ ਜੀ ਦੇ ਜੀਵਨ ਵਿੱਚੋਂ ਵੇਖ ਕਰਕੇ ਉਹਨਾਂ ਨੇ ਇਹ ਮਹਿਸੂਸ ਕੀਤਾ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਇੱਕ ਸੱਚ ਦੇ ਸੂਰਮੇ ਨੇ, ਸੱਚ ਦੇ ਬੜੇ ਵੱਡੇ ਯੋਧੇ ਨੇ। ਕਿਉਂਕਿ ਉਹਨਾਂ ਨੇ, ਜਦੋਂ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਜੀਵਨੀ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਨੇ ਜਿਹੜਾ ਨਿਯਮ ਬਣਾਇਆ, ਜਿਹੜਾ ਰੂਲ ਬਣਾਇਆ, ਚਾਹੇ ਭਾਵੇਂ ਬਾਦਸ਼ਾਹ ਆਇਆ ਤੇ ਭਾਵੇਂ ਗਰੀਬ ਚੱਲ ਕੇ ਆਇਆ, ਉਹ ਸਾਰਿਆਂ ਲਈ ਇੱਕੋ ਜਿਹਾ ਰਿਹਾ। ਗੁਰੂ ਅਮਰਦਾਸ ਸਾਹਿਬ ਨੇ ਨਿਯਮ ਕਿਸੇ ਲਈ ਬਦਲਿਆ ਨਹੀਂ, ਉਹ ਸੱਚ ਦੇ ਉੱਤੇ ਹੀ ਖੜੋਤੇ ਨੇ। ਜਿਸ ਸਮੇਂ ਦਾ ਬਾਦਸ਼ਾਹ ਅਕਬਰ ਵੀ ਚੱਲ ਕੇ ਗੁਰੂ ਦਰਬਾਰ ਦੇ ਅੰਦਰ ਆਉਂਦਾ, ਗੁਰੂ ਦਰ ਤੇ ਆਉਂਦਾ, ਤੇ ਗੁਰੂ ਅਮਰਦਾਸ ਜੀ ਨੇ ਇਹ ਨਹੀਂ ਕਿਹਾ ਵੀ ਅਕਬਰ ਆਇਆ ਭਾਈ ਇਹਨੂੰ ਸਿੱਧਾ ਸਾਡੇ ਕੋਲ ਲੈ ਆਓ ਜਾਂ ਇਹਨੂੰ ਸਾਡੇ ਦਰਸ਼ਨ ਕਰਵਾਓ, ਇਹ ਸਮੇਂ ਦਾ ਬਾਦਸ਼ਾਹ। ਮਾਲਕ ਨੇ ਅਕਬਰ ਤੱਕ ਵੀ ਇਹ ਜਿਹੜਾ ਹੁਕਮ ਹੈ ਉਹ ਪਹੁੰਚਾਉਣਾ ਕੀਤਾ। ਭਾਈ ਅਕਬਰ ਬਾਦਸ਼ਾਹ ਨੇ ਜੇ ਸਾਡੇ ਦਰਸ਼ਨ ਕਰਨੇ, ਸਾਨੂੰ ਮਿਲਣਾ ਚਾਹੁੰਦਾ, ਸਾਨੂੰ ਸਾਡੇ ਦੀਦਾਰ ਕਰਨੇ ਚਾਹੁੰਦਾ ਹੈ ਤੇ ਇਹਨੂੰ ਪਹਿਲੋਂ ਆਖ ਦਿਓ ਭਈ ਜਾ ਕੇ ਲੰਗਰ ਦੇ ਵਿੱਚੋਂ ਪੰਗਤ ਵਿੱਚ ਬੈਠ ਕਰਕੇ ਪਹਿਲੋਂ ਪ੍ਰਸ਼ਾਦਾ ਛਕੇ ਫਿਰ ਸਾਡੀ ਸੰਗਤ ਵਿੱਚ ਚੱਲ ਕੇ ਆਵੇ। ਸੱਚ ਦਾ ਹੁਣ ਗੁਰੂ ਅਮਰਦਾਸ ਸਾਹਿਬ ਨੇ ਜਦੋਂ ਸੱਚ ਦਾ ਹੋਕਾ ਦਿੱਤਾ ਤੇ ਉਹਨਾਂ ਸਮਾਜ ਦੇ ਅੰਦਰ ਜੋ ਝੂਠ ਦਾ ਪਸਾਰਾ ਪਸਰ ਚੁੱਕਿਆ ਸੀ, ਝੂਠ ਦੇ ਪਸਾਰੇ ਨੂੰ, ਜਿਵੇਂ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਨਾ ਵੀ ਭਾਈ ਸਮਾਜ ਦੀ ਹਾਲਤ ਐਸੀ ਬਣ ਚੁੱਕੀ ਹੈ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਾਂ ਚੜਿਆ, ਕਿ ਜਿਹੜਾ ਕੂੜ ਦਾ ਅਮਾਵਸ ਹੈ, ਕੂੜ ਦੀ ਮੱਸਿਆ ਹੈ, ਕੂੜ ਦੀ ਹਨੇਰੀ ਰਾਤ ਜਿਹੜੀ ਹੈ ਉਹ ਇੰਨੀ ਕੁ ਜ਼ਿਆਦਾ ਪਸਰ ਚੁੱਕੀ ਹੈ ਕਿ ਹੁਣ ਸੱਚ ਦਾ ਜਿਹੜਾ ਚੰਦਰਮਾ ਉਹ ਨਜ਼ਰ ਨਹੀਂ ਆ ਰਿਹਾ, ਸੱਚ ਨਜ਼ਰ ਨਹੀਂ ਆ ਰਿਹਾ। ਗੁਰੂ ਅਮਰਦਾਸ ਸਾਹਿਬ ਨੇ ਹੁਣ ਜਦੋਂ ਸੱਚ ਨੂੰ ਪ੍ਰਗਟਾਇਆ ਤੇ ਉਹਨਾਂ ਝੂਠ ਨੂੰ ਹੇਠਾਂ ਕੀਤਾ, ਝੂਠ ਦੀ ਹਨੇਰੀ ਰਾਤ ਨੂੰ ਉਹਨਾਂ ਖਤਮ ਕਰਦਿਆਂ ਸੱਚ ਦਾ ਪ੍ਰਗਟਾਵਾ ਕੀਤਾ। ਹੁਣ ਸਮਾਜ ਵਿੱਚ ਜਿਹੜੀਆਂ ਕੁਰੀਤੀਆਂ ਚੱਲ ਰਹੀਆਂ ਸਨ ਜਾਂ ਸਮਾਜ ਵਿੱਚ ਜਿਹੜੀਆਂ ਝੂਠੀਆਂ ਰੀਤਾਂ ਚੱਲ ਰਹੀਆਂ ਸਨ, ਜਿਨ੍ਹਾਂ ਦੇ ਵਿੱਚ ਇਉਂ ਕਹਿ ਲੋ ਬਾਬੇ ਨਾਨਕ ਨੇ ਸਭ ਤੋਂ ਪਹਿਲਾਂ ਯੋਗਦਾਨ ਪਾਇਆ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਗੁਰੂ ਨਾਨਕ ਸਾਹਿਬ ਨੇ ਇਸ ਗੱਲ ਦਾ ਹੋਕਾ ਦਿੱਤਾ ਤੇ ਗੁਰੂ ਅਮਰਦਾਸ ਸਾਹਿਬ ਨੇ ਬੜਾ ਉਪਕਾਰ ਕੀਤਾ ਫਿਰ ਸਮਾਜ ਦੇ ਉੱਤੇ, ਇਸਤਰੀ ਵਰਗ ਦੇ ਉੱਤੇ। ਤੇ ਉਹਨਾਂ ਸਭ ਤੋਂ ਪਹਿਲਾਂ ਇਹ ਜ਼ਿਕਰ ਕਰਦੇ ਆ ਆਪਣੇ ਜੀਵਨ ਦੇ ਅੰਦਰ ਇਹ ਇੱਕ ਨਿਯਮ ਬਣਾਇਆ, ਜੋ ਸਤੀ ਪ੍ਰਥਾ ਚੱਲ ਰਹੀ ਸੀ ਉਹ ਸਤੀ ਪ੍ਰਥਾ ਦਾ ਅੰਤ ਕੀਤਾ, ਕੁੰਡ ਪ੍ਰਥਾ ਜਿਹੜੀ ਚੱਲ ਰਹੀ ਸੀ ਉਹਦਾ ਅੰਤ ਕੀਤਾ। ਬਰਾਬਰਤਾ ਦੀ ਬਾਤ ਗੁਰੂ ਅਮਰਦਾਸ ਪਾਤਸ਼ਾਹ ਵੀ ਆਪ ਗੁਰੂ ਨਾਨਕ ਦੇ ਘਰ ਵਿੱਚ ਗੁਰੂ ਨਾਨਕ ਦੀ ਗੱਦੀ ਉੱਤੇ ਬੈਠ ਕਰਕੇ ਗੁਰੂ ਨਾਨਕ ਦੀ ਬਾਣੀ ਦਾ ਪ੍ਰਚਾਰ ਕਰਦਿਆਂ ਹੋਇਆਂ ਫਿਰ ਉਸੇ ਤਰ੍ਹਾਂ ਸਮਾਜ ਦੇ ਅੰਦਰ ਬਰਾਬਰਤਾ ਦਾ ਜਿਹੜਾ ਹੋਕਾ ਉਹ ਗੁਰੂ ਅਮਰਦਾਸ ਸਾਹਿਬ ਦਿੰਦੇ। ਹੁਣ ਜਿਹੜਾ ਸੱਚ ਸੀ, ਸੱਚ ਤੇ ਇਹ ਹੀ ਹੈ ਨਾ ਕਿ ਅਕਾਲ ਪੁਰਖ ਪਰਮੇਸ਼ਵਰ ਨੇ ਸਾਨੂੰ ਸਭਨਾਂ ਨੂੰ ਇਨਸਾਨ ਬਣਾ ਕੇ ਭੇਜਿਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਅਕਾਲ ਪੁਰਖ ਨੇ ਸਾਨੂੰ ਸਭਨਾਂ ਨੂੰ ਇਨਸਾਨ ਬਣਾਇਆ ਤੇ ਉਹਨੇ ਇਨਸਾਨ ਬਣਾਉਂਦਿਆਂ ਹੋਇਆਂ ਸਾਨੂੰ ਸਾਰਿਆਂ ਨੂੰ ਇਨਸਾਨੀਅਤ ਜਿਹੜੀ ਉਹ ਦੇ ਕੇ ਨਿਵਾਜਿਆ। ਹੁਣ ਜਿੱਥੇ ਉਹਨੇ ਸਾਨੂੰ ਇਨਸਾਨ ਬਣਾਇਆ, ਇਨਸਾਨੀਅਤ ਦੇ ਕੇ ਉਹਨੇ ਸਾਨੂੰ ਨਿਵਾਜਿਆ, ਉੱਥੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਨਸਾਨੀਅਤ ਦੀ ਪਾਲਣਾ ਕਰੀਏ, ਇਨਸਾਨ ਹੋਣ ਦਾ ਫਰਜ਼ ਜਿਹੜਾ ਉਹਨੂੰ ਬਾਖੂਬੀ ਨਿਭਾਈਏ। ਹੁਣ ਜਦੋਂ ਇਨਸਾਨ ਹੋਣ ਦੀ ਬਾਤ ਕਰਦੇ ਹਾਂ ਤੇ ਉਦੋਂ ਇਨਸਾਨ ਦੇ ਜੀਵਨ ਵਿਚਲੀ ਬਾਤ ਇਹ ਹੈ ਕਿ ਬੰਦਾ ਕੇਵਲ ਤੇ ਕੇਵਲ ਆਪਣੇ ਜੀਵਨ ਦੇ ਅੰਦਰ ਆਪਣੇ ਆਪ ਨੂੰ ਇਨਸਾਨ ਮੰਨਦਾ ਜ਼ਰੂਰ ਹੈ, ਪਰ ਇਨਸਾਨਾਂ ਵਾਲੇ ਕਰਮ ਇਹਦੇ ਕੋਲ ਨਹੀਂ। ਇਹਦੀ ਇਨਸਾਨੀਅਤ ਦਿਨ ਬਾ ਦਿਨ ਮਰਦੀ ਜਾ ਰਹੀ ਹੈ। ਇੰਨਾ ਕੁ ਜ਼ਿਆਦਾ ਇਨਸਾਨ ਸੈਲਫਿਸ਼ ਹੁੰਦਾ ਜਾ ਰਿਹਾ ਹੈ ਕਿ ਇਹ ਆਪਣੇ ਮਤਲਬ ਦੇ ਲਈ, ਆਪਣਾ ਕੰਮ ਕੱਢਣ ਦੇ ਲਈ,
ਆਪਣੇ ਕਾਰਜ ਨੂੰ ਸਿਰ ਨੇਪਰੇ ਚਾੜਨ ਦੇ ਲਈ ਕਿਸੇ ਨੂੰ ਮਾਰਨ ਲੱਗਿਆਂ ਵੀ ਗੁਰੇਜ਼ ਨਹੀਂ ਕਰਦਾ, ਕਿਸੇ ਨੂੰ ਲੁੱਟਣ ਲੱਗਿਆਂ ਵੀ ਗੁਰੇਜ਼ ਨਹੀਂ ਕਰਦਾ, ਤੇ ਕਿਸੇ ਦੇ ਜੀਵਨ ਨੂੰ ਬਰਬਾਦ ਕਰਨ ਲੱਗਿਆਂ ਵੀ ਗੁਰੇਜ਼ ਨਹੀਂ ਜੇ ਕਰਦਾ, ਸਿਰਫ ਇਸ ਕਰਕੇ ਵੀ ਮੇਰਾ ਕਾਰਜ ਜਿਹੜਾ ਉਹ ਨੇਪਰੇ ਚੜ ਜਾਏ, ਮੇਰਾ ਕਾਰਜ ਜਿਹੜਾ ਉਹ ਪੂਰਾ ਹੋ ਜਾਏ, ਮੁਕੰਮਲ ਹੋ ਜਾਏ। ਤੇ ਇਹ ਕੀ ਜਿਹੜਾ ਇਸ ਤਰ੍ਹਾਂ ਦਾ ਜੀਵਨ ਜਦੋਂ ਇਨਸਾਨਾਂ ਦਾ ਵੇਖਦੇ ਆ, ਤੇ ਇਹ ਜੀਵਨ ਇਸ ਗੱਲ ਦਾ ਪ੍ਰਗਟਾਵਾ, ਇਹ ਰੀਤਾਂ ਇਸ ਗੱਲ ਦੀਆਂ ਪ੍ਰਗਟਾਵਾ ਕਰ ਰਹੀਆਂ ਨੇ ਕਿ ਅੱਜ ਦਾ ਇਨਸਾਨ ਬਹੁਤ ਜ਼ਿਆਦਾ ਸੈਲਫਿਸ਼ ਹੋ ਚੁੱਕਾ, ਮਤਲਬ ਪ੍ਰਸਤ ਹੋ ਚੁੱਕਾ ਹੈ। ਇੰਨਾ ਕੁ ਜ਼ਿਆਦਾ ਮਤਲਬ ਪ੍ਰਸਤ ਹੋ ਗਿਆ, ਇਹ ਆਪਣੇ ਮਤਲਬ ਨੂੰ ਤੇ ਜਾਣਦਾ, ਪਰ ਦੂਜੇ ਦੇ ਕਾਰਜ, ਦੂਜੇ ਦੇ ਜੀਵਨ ਤੇ ਦੂਜੇ ਦੀ ਜ਼ਿੰਦਗੀ ਨਾਲ ਇਹਨੂੰ ਕੋਈ ਮਤਲਬ ਨਹੀਂ। ਹੁਣ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਸਤ ਸੂਰੋ, ਸੱਚ ਦਾ ਸੂਰਮਾ ਹੋਣਾ ਇੱਕ ਬੜੀ ਵੱਡੀ ਬਾਤ ਜੇ, ਕਿਉਂਕਿ ਜਦੋਂ ਅਸੀਂ ਸੱਚ ਦਾ ਸਹਾਰਾ ਲੈ ਕੇ ਚੱਲਾਂਗੇ ਤੇ ਫਿਰ ਸੱਚ ਜਿਹੜਾ ਉਹਨੇ ਹਮੇਸ਼ਾ ਸੱਚ ਹੀ ਰਹਿਣਾ, ਉਹ ਕਦੇ ਬਦਲ ਕੇ ਝੂਠ ਵਿੱਚ ਤਬਦੀਲ ਨਹੀਂ ਹੋਏਗਾ। ਜੇ ਉਹ ਸੱਚ ਹੈ, ਉਹ ਸੱਚ ਭਾਵੇਂ ਸਾਡੇ ਲਈ ਚੰਗਾ ਹੋਵੇ, ਸਾਡੇ ਲਈ ਮਾੜਾ ਹੋਵੇ, ਉਹਨੇ ਰਹਿਣਾ ਸੱਚ ਹੀ ਹੈ। ਜੇ ਅਸੀਂ ਸੱਚ ਦਾ ਸਹਾਰਾ ਲੈ ਕੇ ਚੱਲਾਂਗੇ, ਸੱਚ ਦਾ ਆਸਰਾ ਲੈ ਕੇ ਚੱਲਾਂਗੇ, ਤੇ ਸੱਚ ਦੇ ਸਹਾਰੇ ਸਦਕਾ ਕਈ ਕਾਰਜ ਐਸੇ ਵੀ ਹੋਣਗੇ ਜਿਹੜੇ ਨੇਪਰੇ ਚੜਨਗੇ, ਪਰ ਕਿਤੇ ਨਾ ਕਿਤੇ ਜਾ ਕੇ ਸਾਨੂੰ ਸ਼ਾਇਦ ਮਨ ਵਿੱਚ ਸਾਡੇ ਇਹ ਭਰਮ ਵੀ ਆ ਜਾਏ ਵੀ ਜੇ ਮੈਂ ਸੱਚ ਦਾ ਸਹਾਰਾ ਨਾ ਲੈਂਦਾ ਤੇ ਹੋ ਸਕਦਾ ਸੀ ਮੈਂ ਇੱਥੋਂ ਜਾ ਕੇ ਇਸ ਢੰਗ ਦੇ ਨਾਲ ਆਪਣੇ ਆਪ ਨੂੰ ਬਹੁਤ ਉੱਚਾ ਚੁੱਕ ਲੈਣਾ ਸੀ। ਠੀਕ ਹੈ, ਝੂਠ ਜਿਹੜਾ ਉਹ ਇੰਨਾ ਕੁ ਬਲਵਾਨ ਹੈ, ਇੰਨਾ ਕੁ ਤਾਕਤਵਰ ਹੈ ਕਿ ਉਹ ਬਹੁਤ ਜਲਦੀ ਸਮਾਜ ਦੇ ਅੰਦਰ ਆਪਣੇ ਪੈਰ ਜਿਹੜੇ ਉਹਨੂੰ ਪਸਾਰਦਾ ਹੋਇਆ ਆਪਣੀ ਜਿਹੜੀ ਪਬਲਿਸਿਟੀ ਹੈ ਉਹਨੂੰ ਬੜੀ ਛੇਤੀ ਖੱਟਦਾ, ਬੜੀ ਜਲਦੀ ਕਮਾਉਂਦਾ ਹੈ। ਪਰ ਇੱਕ ਸੱਚ ਇਹ ਵੀ ਹੈ ਕਿ ਜਿੰਨਾ ਮਰਜ਼ੀ ਝੂਠ ਜਿਹੜਾ ਉਹ ਆਪਣੇ ਆਪੇ ਨੂੰ ਪਸਾਰ ਲਏ, ਆਪਣੇ ਆਪੇ ਨੂੰ ਜਿੰਨਾ ਮਰਜ਼ੀ ਉਹ ਵੱਡਾ ਕਰ ਲਏ, ਪਰ ਜਦੋਂ ਸੱਚ ਦੀ ਵਾਰੀ ਆਉਂਦੀ ਹੈ, ਸੱਚ ਆਪਣਾ ਰੂਪ ਇਸ ਢੰਗ ਨਾਲ ਸਮਾਜ ਵਿੱਚ ਪ੍ਰਗਟ ਕਰਦਾ ਹੈ ਕਿ ਸੱਚ ਦੇ ਸਾਹਮਣੇ ਹਮੇਸ਼ਾ ਝੂਠ ਨੂੰ ਫਿੱਕਿਆਂ ਪੈਣਾ ਪੈਂਦਾ, ਤੇ ਝੂਠ ਹਮੇਸ਼ਾ ਹੀ ਸੱਚ ਦੇ ਸਾਹਮਣੇ ਫਿੱਕਿਆਂ ਪੈ ਜਾਂਦਾ ਹੈ, ਚਾਹੇ ਝੂਠ ਜਿੰਨਾ ਮਰਜ਼ੀ ਵੱਡਾ ਕਿਉਂ ਨਾ ਹੋਵੇ। ਤੇ ਹੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਜਦੋਂ ਭੱਟ ਕਲ ਸਹਾਰ ਜੀ ਨੇ ਬਾਤ ਕੀਤੀ ਤੇ ਕਹਿੰਦੇ ਗੁਰੂ ਅਮਰਦਾਸ ਜੀ ਸੱਚ ਦੇ ਸੂਰਮੇ ਨੇ, ਕਿਉਂਕਿ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਸੱਚ ਦਾ ਹੀ ਸਹਾਰਾ ਲਿਆ, ਸੱਚ ਦਾ ਆਸਰਾ ਲੈ ਕੇ ਚੱਲਦੇ ਰਹੇ। ਤੇ ਖਿਆਲ ਕਰਿਓ, ਸੱਚ ਦਾ ਸਹਾਰਾ ਲੈਣ ਦੇ ਨਾਲ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ, ਜੀਵਨ ਵਿੱਚ ਕੀ ਬਦਲਾਵ ਆਉਂਦਾ ਹੈ, ਉਹ ਗੁਰੂ ਅਮਰਦਾਸ ਪਾਤਸ਼ਾਹ ਜੀ ਖੁਦ ਆਪ ਆਪਣੀ ਜ਼ਿੰਦਗੀ ਵਿੱਚ ਮਹਿਸੂਸ ਕਰ ਰਹੇ ਨੇ। ਕਾਰਨ ਕਿਉਂਕਿ ਪਹਿਲੋਂ ਗੁਰੂ ਅਮਰਦਾਸ ਸਾਹਿਬ ਨੇ ਝੂਠ ਦਾ ਆਸਰਾ ਵੀ ਲਿਆ, ਝੂਠ ਦਾ ਸਹਾਰਾ ਵੀ ਲਿਆ, ਪਰ ਜਦੋਂ ਗੁਰੂ ਅੰਗਦ ਸਾਹਿਬ ਦੇ ਦਰ ਉੱਤੇ, ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਚੱਲ ਕੇ ਆ ਗਏ ਤੇ ਗੁਰੂ ਅੰਗਦ ਸਾਹਿਬ ਦੇ ਦਰ ਤੇ ਆਉਣ ਨਾਲ ਪਤਾ ਲੱਗਾ ਵੀ ਮੈਂ ਜਿਹੜਾ ਕਰਮ ਪਹਿਲੋਂ ਕਰਦਾ ਰਿਹਾ ਬੜੇ ਲੰਮੇ ਸਮੇਂ ਤੋਂ, ਬੜੇ ਲੰਮੇ ਅਰਸਿਆਂ ਤੋਂ, ਉਹ ਸਾਰੇ ਦਾ ਸਾਰਾ ਕੀਤਾ ਹੋਇਆ ਕਰਮ ਮੇਰੇ ਅਜ਼ਾਈਂ ਚਲੇ ਜਾਣੇ ਨੇ, ਉਹਨਾਂ ਵਿੱਚੋਂ ਲਾਹਾ, ਉਹਨਾਂ ਵਿੱਚੋਂ ਲਾਭ ਮੈਨੂੰ ਕੋਈ ਨਹੀਂ ਮਿਲਣਾ, ਤੇ ਮੈਨੂੰ ਸੱਚ ਦਾ ਸਹਾਰਾ ਆਸਰਾ ਜਿਹੜਾ ਉਹ ਇੱਥੇ ਆ ਕੇ ਮਿਲਿਆ। ਫਿਰ ਗੁਰੂ ਅਮਰਦਾਸ ਨੇ ਸੱਚ ਦਾ ਹੋਕਾ ਦਿੱਤਾ, ਚਾਹੇ ਉਹ ਕਿਸੇ ਪ੍ਰਕਾਰ ਵੀ ਸੀ। ਜੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਨਰਾਦਰ ਦੀ ਬਾਤ ਆਈ ਤੇ ਗੁਰੂ ਅਮਰਦਾਸ ਸਾਹਿਬ ਨੇ ਆ ਕਰਕੇ ਆਪਣੀ ਰਸਨਾ ਤੋਂ ਇਹ ਲਫ਼ਜ਼ ਜ਼ਰੂਰ ਆਖੇ ਸਨ ਕਿ ਉਹ ਜਿਹੜਾ ਆਪਣੇ ਆਪ ਨੂੰ ਜੋਗੀ ਅਖਵਾਉਣ ਵਾਲਾ, ਆਪਣੇ ਆਪ ਨੂੰ ਤਿਆਗੀ ਅਖਵਾਉਣ ਵਾਲਾ, ਆਪਣੇ ਆਪ ਨੂੰ ਤਪਾ ਅਖਵਾਉਣ ਵਾਲਾ ਇਹ ਗੱਲ ਕਹਿ ਰਿਹਾ ਨਾ ਕਿ ਗੁਰੂ ਅੰਗਦ ਦੇਵ ਸਾਹਿਬ ਗ੍ਰਸਤੀ ਨੇ ਤੇ ਉਹਨਾਂ ਨੂੰ ਨਗਰ ਦੇ ਵਿੱਚੋਂ ਬਾਹਰ ਭੇਜੋ ਤਾਂ ਹੀ ਤੁਹਾਡੇ ਨਗਰ ਵਿੱਚ ਬਾਰਿਸ਼ ਹੋਣੀ, ਵਰਖਾ ਹੋਣੀ ਹੈ, ਤੇ ਜਿੰਨਾ ਚਿਰ ਉਹ ਤੁਹਾਡੇ ਨਗਰ ਵਿੱਚ ਬੈਠੇ ਉਹਨਾਂ ਚਿਰ ਤੁਹਾਡਾ ਨਗਰ ਕਰੋਪੀ ਦਾ ਜਿਹੜਾ ਉਹ ਪਾਤਰ ਬਣਿਆ ਰਹੇਗਾ। ਨਗਰ ਵਿੱਚ ਵਰਖਾ ਨਹੀਂ ਹੋਏਗੀ, ਬਾਰਿਸ਼ ਨਹੀਂ ਹੋਏਗੀ, ਬਾਰਿਸ਼ ਪਵਾਉਣਾ ਮੇਰੇ ਖੱਬੇ ਹੱਥ ਦਾ ਖੇਡ ਹੈ। ਹੁਣ ਗੁਰੂ ਅਮਰਦਾਸ ਸਾਹਿਬ ਜਦੋਂ ਆਉਂਦੇ ਨੇ ਤੇ ਉਦੋਂ ਮਾਲਕ ਨੂੰ ਆਇਆ ਪਤਾ ਲੱਗਦਾ ਤੇ ਸਤਿਗੁਰੂ ਆਪਣੀ ਰਸਨਾ ਤੋਂ ਇਹ ਆ ਕੇ ਬਚਨ ਸਹਿਜ ਸੁਭਾ ਕਹਿ ਦਿੰਦੇ ਨੇ ਵੀ ਭਾਈ ਉਹਦੇ ਬਚਨਾਂ ਦੇ ਨਾਲ ਮੀਂਹ ਪਵੇ ਭਾਵੇਂ ਨਾ ਪਵੇ, ਪਰ ਹੁਣ ਇੰਨਾ ਜ਼ਰੂਰ ਹੈ ਕਿ ਹੁਣ ਜਿੱਥੇ ਜਿੱਥੇ ਉਹਦੇ ਚਰਨ ਪੈਣਗੇ, ਜਿੱਥੇ ਜਿੱਥੇ ਉਹਦੇ ਪੈਰ ਪੈਣਗੇ, ਉੱਥੇ ਉੱਥੇ ਵਰਖਾ ਜ਼ਰੂਰ ਹੋਏਗੀ। ਫਿਰ ਨਗਰ ਦੇ ਲੋਕਾਂ ਕੀ ਕੀਤਾ, ਤਪੇ ਨੂੰ ਫੜਿਆ, ਉਹਨੂੰ ਕੁਝ ਹੈ ਭਾਵੇਂ ਜਿਸ ਤਰੀਕੇ ਨਾਲ ਮਰਜ਼ੀ, ਪਰ ਗੁਰੂ ਅਮਰਦਾਸ ਸਾਹਿਬ ਜਿੱਥੇ ਖੜੋਤੇ ਸਤਿਗੁਰੂ ਨੇ ਸੱਚ ਦਾ ਸਹਾਰਾ ਲਿਆ, ਸੱਚ ਦਾ ਆਸਰਾ ਲਿਆ, ਤੇ ਸੱਚ ਦਾ ਆਸਰਾ ਲੈ ਕਰਕੇ ਸਮਾਜ ਵਿੱਚ ਪ੍ਰਗਟਾਵਾ ਕੀਤਾ। ਸਤ ਸੂਰੋ ਤੇ ਭੱਟ ਸਾਹਿਬਾਨ ਆਖਦੇ ਕਿ ਗੁਰੂ ਅਮਰਦਾਸ ਪਾਤਸ਼ਾਹ ਬੜੇ ਵੱਡੇ ਸੱਚ ਦੇ ਸੂਰਮੇ ਨੇ ਔਰ ਸੀਲ ਬਲਵੰਤ, ਉਹ ਬੜੀ ਜ਼ਿਆਦਾ ਸ਼ੀਲਤਾ ਦੇ ਪਾਤਰ ਨੇ, ਬੜੇ ਜ਼ਿਆਦਾ ਸ਼ੀਲ ਵਿੱਚ ਬਲਵਾਨ ਨੇ। ਜਿੱਥੇ ਸ਼ੀਲਤਾ ਵਿੱਚ ਬਲਵਾਨ ਨੇ ਉੱਥੇ ਸੱਤ ਭਏ। ਉਹਨਾਂ ਦਾ ਜਿਹੜਾ ਸੁਭਾਅ ਹੈ ਨਾ, ਉਹ ਸੁਭਾਅ ਬੜਾ ਨੇਕ ਦਿਲ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸੁਭਾਅ ਨੇਕ ਦਿਲ ਹੈ, ਕਿਉਂਕਿ ਜਦੋਂ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਜੀਵਨੀ ਪੜ੍ਹਦੇ ਆ ਨਾ
ਤੇ ਇਤਿਹਾਸਕਾਰ ਲੇਖਕਾਂ ਨੇ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਗੁਣਾਂ ਨੂੰ ਬਿਆਨ ਕੀਤਾ, ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ੋਭਾ ਨੂੰ ਬਿਆਨ ਕੀਤਾ, ਤੇ ਉਹਨਾਂ ਦੇ ਵਿੱਚ ਉਹ ਇਹ ਆਖਦੇ ਵੀ ਗੁਰੂ ਅਮਰਦਾਸ ਪਾਤਸ਼ਾਹ ਨਿਥਾਵਿਆਂ ਦਾ ਥਾਂ ਨੇ, ਗੁਰੂ ਅਮਰਦਾਸ ਪਾਤਸ਼ਾਹ ਨਿਮਾਣਿਆਂ ਦਾ ਮਾਣ ਨੇ, ਗੁਰੂ ਅਮਰਦਾਸ ਸਾਹਿਬ ਨਿਤਾਣਿਆਂ ਦਾ ਤਾਣ ਵੀ ਨੇ। ਜਿਹੜਾ ਅਨਾਥ ਹੈ ਗੁਰੂ ਅਮਰਦਾਸ ਪਾਤਸ਼ਾਹ ਉਹਦਾ ਨਾਥ, ਉਹਦੇ ਮਾਲਕ ਵੀ ਨੇ। ਏਦਾਂ ਉਹਨਾਂ ਨੇ ਗੁਣਾਂ ਦਾ ਪ੍ਰਗਟਾਵਾ ਗੁਰੂ ਅਮਰਦਾਸ ਜੀ ਦੇ ਕੀਤਾ। ਇਹ ਨੇਕ ਦਿਲੀ ਦਾ ਇੱਕ ਪ੍ਰਤੀਕ ਹੈ, ਕਿਉਂਕਿ ਹਮੇਸ਼ਾ ਬੇਸਹਾਰਿਆਂ ਦਾ ਸਹਾਰਾ ਉਹੀ ਬਣੇਗਾ ਜਿਹੜਾ ਨੇਕ ਦਿਲ ਹੋਏਗਾ। ਜਿਹੜਾ ਨੇਕ ਦਿਲ ਹੋਏਗਾ ਉਹੀ ਤੇ ਨਿਮਾਣਿਆਂ ਦਾ ਮਾਣ ਬਣੇਗਾ। ਜਿਹੜਾ ਨੇਕ ਦਿਲ ਹੋਏਗਾ ਉਹੀ ਤੇ ਨਿਤਾਣਿਆਂ ਦਾ ਤਾਣ ਬਣੇਗਾ। ਨਹੀਂ ਤੇ ਜਿਹੜਾ ਨੇਕ ਦਿਲ ਨਹੀਂ, ਉਹਨੂੰ ਤੇ ਇਹ ਹੁੰਦਾ ਵੀ ਇਹ ਨਿਤਾਣਾ ਹੈ, ਇਹ ਕਮਜ਼ੋਰ ਹੈ, ਮੈਂ ਇਹਦੇ ਉੱਤੇ ਜਿੰਨਾ ਆਪਣਾ ਜ਼ੋਰ ਅਜ਼ਮਾ ਲਵਾਂ ਓਨਾ ਹੀ ਭਲਾ ਹੈ। ਇਹ ਨਿਮਾਣਾ ਜਿਹਾ ਬਣ ਕੇ ਤੇ ਆਇਆ, ਹੁਣ ਇਹ ਨਿਮਾਣਾ ਬਣ ਕੇ ਆਇਆ ਤੇ ਹੁਣ ਮੈਨੂੰ ਇਹਦੇ ਸਾਹਮਣੇ ਆਪਣਾ ਆਪਾ ਜਿੰਨਾ ਮੈਂ ਇਹਦੇ ਅੱਗੇ ਪ੍ਰਗਟਾ ਲਵਾਂ ਓਨਾ ਹੀ ਭਲਾ ਹੈ। ਜਿਹੜਾ ਨੇਕ ਦਿਲ ਨਾ ਹੋਵੇ, ਹੁਣ ਨੇਕ ਦਿਲੀ ਦਾ ਇਹ ਇੱਕ ਨਿਸ਼ਾਨੀ, ਇੱਕ ਪ੍ਰੂਫ ਹੈ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਦਰ ਤੇ ਜੇ ਕੋਈ ਨਿਥਾਵਾਂ ਆਉਂਦਾ ਹੈ, ਮਾਲਕ ਉਹਨੂੰ ਥਾਂ ਦਿੰਦੇ ਨੇ। ਜੇ ਕੋਈ ਨਿਮਾਣਾ ਚੱਲ ਕੇ ਆਉਂਦਾ ਤੇ ਸਤਿਗੁਰੂ ਉਹਨੂੰ ਮਾਣ ਦਿੰਦੇ ਨੇ। ਜੇ ਕੋਈ ਨਿਤਾਣਾ ਚੱਲ ਕੇ ਆਉਂਦਾ ਤੇ ਗੁਰੂ ਸਾਹਿਬ ਆਪਣਾ ਤਾਣ ਨਹੀਂ ਅਜ਼ਮਾਉਂਦੇ, ਸਤਿਗੁਰੂ ਉਹਨੂੰ ਤਾਣ, ਉਹਨੂੰ ਬਲ ਬਖਸ਼ਿਸ਼ ਕਰਦੇ ਨੇ। ਤੇ ਮਾਲਕ ਜੀ ਨੇ ਜੋ 22 ਮੰਜੀਆਂ ਸਥਾਪਿਤ ਕੀਤੀਆਂ, ਨੇਕ ਦਿਲੀ ਦਾ ਇੱਕ ਪ੍ਰੂਫ ਹੈ। ਸਤਿਗੁਰੂ ਅਮਰਦਾਸ ਸਾਹਿਬ ਨੇ ਆਪਣੇ ਸਿੱਖਾਂ ਦੀ ਝੋਲੀ ਵਿੱਚ ਜੋ ਵਡਿਆਈ ਪਾਈ, ਨੇਕ ਦਿਲੀ ਦਾ ਸਬੂਤ ਹੈ ਕਿ ਗੁਰੂ ਅਮਰਦਾਸ ਸਾਹਿਬ ਇੱਕ ਬੜੇ ਵੱਡੇ ਨੇਕ ਦਿਲ ਦੇ ਮਾਲਕ ਨੇ। ਸਤਿਗੁਰੂ ਵਰਗੀ ਨੇਕ ਦਿਲੀ ਕਿਸੇ ਹੋਰ ਕੋਲ ਨਹੀਂ। ਪਟ ਕਲ ਸਹਾਰ ਜੀ ਕਹਿੰਦੇ, ਸੱਤ ਭਾਏ ਗੁਰੂ ਅਮਰਦਾਸ ਪਾਤਸ਼ਾਹ ਦੀ ਸੱਤ ਭਾਏ ਦੇ ਮਾਲਕ ਨੇ। ਸੱਤ ਭਾਏ ਦੇ ਉਹਨਾਂ ਦਾ ਸੁਭਾਅ ਬੜਾ ਨੇਕ ਹੈ, ਔਰ ਸੰਗਤ ਸਘਨ, ਉਹਨਾਂ ਦੇ ਦਰ ਤੇ ਸੰਗਤ ਦੀ ਵਿਸ਼ਾਲ ਜ਼ਿਆਦਾ ਕਹਿ ਲੋ ਇਕੱਠ ਹੈ, ਬਹੁਤ ਸੰਘਣੀ ਸੰਗਤ ਹੈ। ਮਾਲਕ ਜੀ ਦੇ ਦਰ ਤੇ ਬੜੀ ਘਣੀ ਸੰਗਤ ਹੈ। ਔਰ ਗੁਰੂ ਮਤ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਬੜੀ ਜ਼ਿਆਦਾ ਭਾਰੀ ਮੱਤ ਵਾਲੇ, ਡੂੰਗੀ ਮੱਤ ਵਾਲੇ ਨੇ। ਨਿਰਵੈਰ ਲੀਣਾ ਤੇ ਡੂੰਗੀ ਮੱਤ ਦੇ ਮਾਲਕ ਗੁਰੂ ਅਮਰਦਾਸ ਸਾਹਿਬ ਜੀ ਹਰ ਵਕਤ ਨਿਰਵੈਰ ਅਕਾਲ ਪੁਰਖ ਪਰਮੇਸ਼ਵਰ ਦੇ ਅੰਦਰ ਲੀਨ ਰਹਿੰਦੇ ਹਨ। ਜਿਸ ਧੀਰਜ ਧੁਰ ਧਵਲ ਤੁਜਾ, ਸੇਤ ਬੈਕੁੰਠ ਬੀਣਾ। ਸਤਿਗੁਰੂ ਜੀ ਦੀ ਫੇਰ ਸ਼ੋਭਾ ਗਾਇਨ ਕਰਦੇ ਆ। ਭੱਟ ਜੀ ਆਖਦੇ, ਕਹਿੰਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਨਾ ਧੀਰਜ ਦੇ ਮਾਲਕ ਨੇ। ਬੜਾ ਵੱਡਾ ਧੀਰਜ ਹੈ ਉਹਨਾਂ ਕੋਲ। ਹੁਣ ਇਸ ਤੋਂ ਵੱਡਾ ਧੀਰਜ ਕੀ ਹੋ ਸਕਦਾ ਹੈ ਕਿ ਆ ਕੇ ਲੱਤ ਮਾਰੀ ਜਾਏ, ਤਖਤ ਤੋਂ ਹੇਠਾਂ ਸੁੱਟ ਦਿੱਤਾ ਜਾਏ। ਤੇ ਸ਼ਾਇਦ ਜੇ ਕੋਈ ਸਾਡੇ ਵਰਗਾ ਹੁੰਦਾ ਤੇ ਇੱਥੋਂ ਤੱਕ ਅਸੀਂ ਪਹੁੰਚ ਜਾਂਦੇ, ਜਾਂ ਇੱਥੋਂ ਤੱਕ ਅਸੀਂ ਕ੍ਰੋਧ ਨਾਲ ਭਰ ਜਾਂਦੇ ਵੀ ਉਹਦੀਆਂ ਜਿਹੜੀ ਉਹਨੇ ਲੱਤ ਮਾਰੀ ਨਾ, ਅਸੀਂ ਲੱਤ ਤੋੜਨ ਤੱਕ ਜਾਂਦੇ ਵੀ ਤੂੰ ਕੌਣ ਹੈ ਸਾਡੇ ਲੱਤ ਮਾਰਨ ਵਾਲਾ। ਪਰ ਗੁਰੂ ਅਮਰਦਾਸ ਸਾਹਿਬ ਜੀ ਦੇ ਜੀਵਨ ਵਿਚਲਾ ਧੀਰਜ ਬੜਾ ਵੱਡਾ ਹੈ ਕਿ ਸਤਿਗੁਰੂ ਤਖਤ ਉੱਤੇ ਬੈਠੇ ਨੇ, ਔਰ ਸਮੇਂ ਦੇ ਗੁਰੂ ਨੇ, ਸੰਗਤ ਮਾਲਕ ਜੀ ਦੇ ਸਨਮੁਖ ਸੁਭਾਏਮਾਨ ਹੈ। ਇੱਥੇ ਤੇ ਸਮੇਂ ਦਾ ਜੇ ਕੋਈ ਨਿੱਕਾ ਮੋਟਾ ਅਹੁਦੇਦਾਰ ਹੋਵੇ, ਸਮੇਂ ਦਾ ਨਿੱਕਾ ਮੋਟਾ ਕਿਤੇ ਥੋੜਾ ਬਹੁਤਾ ਬਲ ਰੱਖਣ ਵਾਲਾ ਹੋਵੇ, ਉਹ ਹੀ ਨਹੀਂ ਮਾਣ। ਉਹ ਆਪਣੇ ਆਪ ਨੂੰ ਬੜਾ ਵੱਡਾ, ਇੱਥੋਂ ਤੱਕ ਉਹਦੀ ਹਾਲਤ ਬਣ ਜਾਂਦੀ ਵੀ ਉਹ ਰੱਬ ਹੀ ਮੰਨਣ ਲੱਗ ਜਾਂਦਾ ਆਪਣੇ ਆਪ ਨੂੰ ਵੀ ਮੈਂ ਹੀ ਹਾਂ ਦੁਨੀਆ ਤੇ, ਦੂਜਾ ਹੈ ਹੀ ਹੋਰ ਕੋਈ ਨਹੀਂ। ਪਰ ਗੁਰੂ ਅਮਰਦਾਸ ਸਾਹਿਬ ਖੁਦ ਪਰਮੇਸ਼ਵਰ ਸਰੂਪ ਨੇ, ਖੁਦ ਉਹ ਰੱਬ ਦਾ ਰੂਪ ਨੇ। ਤੇ ਉਹ ਰੱਬ ਦਾ ਰੂਪ ਗੁਰੂ ਅਮਰਦਾਸ ਸਾਹਿਬ ਜਿਹੜੇ ਤਖਤ ਉੱਤੇ ਸੁਭਾਏਮਾਨ, ਸਾਹਮਣੇ ਦੀਨ ਦੁਨੀਆ ਜਿਹੜੀ ਉਹ ਚੱਲ ਕੇ ਆ ਰਹੀ ਹੈ, ਸਤਿਗੁਰੂ ਦੇ ਦਰਸ਼ਨ ਦੀਦਾਰ ਕਰ ਰਹੇ ਸਿੱਖਾਂ ਦੀ ਗਿਣਤੀ ਕੋਈ ਨਹੀਂ, ਬੜੀ ਘਣੀ ਸੰਗਤ ਹੈ ਮਾਲਕ ਦੇ ਦਰ ਦੇ ਉੱਤੇ। ਤੇ ਉਹਨਾਂ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਬੈਠੇ ਗੁਰਤਾ ਗੱਦੀ ਉੱਤੇ, ਸਤਿਗੁਰੂ ਉਹਨਾਂ ਨੂੰ ਦਰਸ਼ਨ ਤੇ ਦੀਦਾਰੇ ਬਖਸ਼ ਰਹੇ ਨੇ। ਹੁਣ ਗੁਰੂ ਸਾਹਿਬ ਦਰਸ਼ਨ ਦੀਦਾਰ ਬਖਸ਼ ਰਹੇ, ਮਾਲਕ ਜੀ ਦੇ ਦਰ ਦੇ ਉੱਤੇ ਚੱਲ ਕੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਸੁਪੁੱਤਰ ਆਏ ਤੇ ਉਹਨਾਂ ਆ ਕਰਕੇ ਸਤਿਗੁਰੂ ਜੀ ਨੂੰ ਤਖਤ ਤੇ ਬੈਠਿਆਂ ਹੀ ਲੱਤ ਮਾਰੀ, ਤਖਤ ਤੋਂ ਹੇਠਾਂ ਸੁੱਟ ਦਿੱਤਾ। ਔਰ ਇੰਨੀ ਨਿਮਰਤਾ, ਇੰਨਾ ਧੀਰਜ ਕਿ ਉਹ ਧੀਰਜ ਦੇ ਨਾਲ, ਉਸ ਧੀਰਜ ਦੇ ਸਦਕਾ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਜਾ ਕੇ ਗੁਰੂ ਅੰਗਦ ਸਾਹਿਬ ਜੀ ਦੇ ਸੁਪੁੱਤਰ ਦੇ ਚਰਨਾਂ ਨੂੰ ਘੁੱਟਣ ਲੱਗ ਜਾਂਦੇ ਨੇ। ਤੇ ਚਰਨਾਂ ਨੂੰ ਘੁੱਟਦਿਆਂ ਹੋਇਆਂ ਜ਼ੁਬਾਨ ਦੇ ਲਫ਼ਜ਼ ਇਹ ਨੇ ਕਿ ਭਾਈ ਮੈਂ ਬਜ਼ੁਰਗ ਹਾਂ,
ਮੇਰੇ ਸਰੀਰ ਉੱਪਰਲਾ ਮਾਸ ਜਿਹੜਾ ਉਹ ਸੁੱਕ ਚੁੱਕਾ ਹੈ, ਹੱਡੀਆਂ ਜਿਹੜੀਆਂ ਉਹ ਕੇਵਲ ਸਰੀਰ ਵਿੱਚ ਬਾਕੀ ਨੇ, ਤੇ ਉਹ ਸਖਤ ਹੱਡੀਆਂ ਜਿਹੜੀਆਂ ਨੇ ਸਮੇਂ ਦੇ ਮੁਤਾਬਕ ਉਹ ਸਖਤ ਮਜ਼ਬੂਤ ਹੋ ਚੁੱਕੀਆਂ, ਜਾਂ ਇਉਂ ਕਹਿ ਲਓ ਕੇਵਲ ਹੱਡ ਹੀ ਬਾਕੀ ਰਹਿ ਗਏ ਨੇ। ਤੇ ਜਦੋਂ ਤੁਸੀਂ ਆਪਣੇ ਕੋਮਲ ਚਰਨਾਂ ਦੇ ਨਾਲ ਠੇਡਾ ਤੁਹਾਨੂੰ ਵੱਜਾ ਹੋਏਗਾ ਤੇ ਤੁਹਾਡੇ ਕੋਮਲ ਚਰਨਾਂ ਦੇ ਉੱਤੇ ਕਿਤੇ ਚੋਟ, ਕਿਤੇ ਸੱਟ ਤੇ ਨਹੀਂ ਲੱਗੀ, ਆ ਧੀਰਜਤਾ ਦਾ ਇੱਕ ਸਬੂਤ ਜੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਵਿੱਚ। ਹੁਣ ਇਸ ਤੋਂ ਵੱਧ ਕੇ ਧੀਰਜ ਕੀ ਹੋ ਸਕਦਾ ਹੈ ਕਿ ਕੋਈ ਆ ਕੇ ਲੱਤ ਵੀ ਮਾਰੇ ਤੇ ਉਹਦੀ ਲੱਤ ਮਾਰਨ ਵਾਲੇ ਨੂੰ ਕੋਈ ਅਪਸ਼ਬਦ ਬੋਲਣ ਦੀ ਬਜਾਏ, ਉਹਦਾ ਕੋਈ ਨੁਕਸਾਨ ਕਰਨ ਦੀ ਬਜਾਏ, ਉਹਨੂੰ ਕਿਸੇ ਪ੍ਰਕਾਰ ਦਾ ਦੁੱਖ ਜਾਂ ਤਕਲੀਫ ਦੇਣ ਦੀ ਬਜਾਏ ਉਹਨੂੰ ਇਹ ਆਖਿਆ ਜਾਏ, ਭਾਈ ਮੇਰੇ ਹੱਡ ਜਿਹੜੇ ਉਹ ਸਖਤ ਨੇ, ਮਜ਼ਬੂਤ ਨੇ, ਕਿਤੇ ਤੁਹਾਡੇ ਸੱਟ ਕੋਮਲ ਚਰਨਾਂ ਨੂੰ ਨਾ ਲੱਗੀ ਹੋਵੇ, ਤੁਹਾਡੇ ਚਰਨ ਬੜੇ ਕੋਮਲ ਨੇ। ਹੁਣ ਇਹ ਧੀਰਜਤ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਸ਼ੋਭਾ ਕਰਦੇ ਆਖਦੇ, ਕਹਿੰਦੇ ਜਿਸ ਧੀਰਜ ਧੁਰ ਤਵਲ ਤੁਜਾ ਸੇਤ ਬੈਕੁੰਠ ਬੀਣਾ। ਹੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਧੀਰਜ ਨੂੰ ਵੇਖ ਕਰਕੇ, ਉਹਨਾਂ ਦਾ ਧੀਰਜ ਵੇਖਦਿਆਂ ਹੋਇਆਂ ਲੋਕ ਕੀ ਲੈਂਦੇ ਨੇ, ਸਤਿਗੁਰੂ ਅਮਰਦਾਸ ਪਾਤਸ਼ਾਹ ਤੋਂ ਅਗਵਾਈ ਲੈਂਦੇ ਨੇ। ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲੋਂ ਅਗਵਾਈ ਲੈ ਕਰਕੇ ਬੈਕੁੰਠ ਦੇ ਰਸਤੇ, ਜੋ ਰੱਬ ਦੇ ਘਰ ਵੱਲ ਨੂੰ ਮਾਰਗ ਜਾਂਦਾ, ਰੱਬ ਦੇ ਘਰ ਵੱਲ ਨੂੰ ਜਿਹੜਾ ਰਸਤਾ ਜਾਂਦਾ ਹੈ, ਉਸ ਰਸਤੇ ਦੇ ਪ੍ਰਤੀ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਸਿੱਖਿਆ ਲੈਂਦੇ, ਮਾਲਕ ਜੀ ਦੀ ਅਗਵਾਈ ਲੈਂਦੇ, ਤੇ ਗੁਰੂ ਅਮਰਦਾਸ ਸਾਹਿਬ ਜੀ ਦੀ ਅਗਵਾਈ ਲੈਂਦਿਆਂ ਹੋਇਆਂ ਜਿਹੜੇ ਦੁਨੀਆ ਦੇ ਲੋਕ ਨੇ ਜਾਂ ਦੁਨੀਆ ਦੇ ਜਿਹੜੇ ਮਨੁੱਖ ਨੇ, ਉਹ ਕੀ ਕਰਦੇ ਨੇ, ਸਤਿਗੁਰੂ ਦੀ ਅਗਵਾਈ ਲੈ ਕਰਕੇ ਰੱਬ ਦੇ ਘਰ ਵੱਲ ਜਾਂਦੇ ਰਸਤੇ ਦੇ ਉੱਤੇ ਤੁਰਦੇ ਨੇ। ਗੁਰੂ ਅਮਰਦਾਸ ਪਾਤਸ਼ਾਹ ਅਗਵਾਈ ਕਰਦੇ, ਲੋਕ ਉਹਨਾਂ ਦੇ ਮਗਰ ਉਹਨਾਂ ਦੀ ਅਗਵਾਈ ਦੇ ਹੇਠਾਂ ਤੁਰਦੇ ਤੇ ਉਹਨਾਂ ਦੇ ਮਗਰ ਚੱਲਦਿਆਂ ਹੋਇਆਂ ਰੱਬ ਦੇ ਘਰ ਵੱਲ ਨੂੰ ਜਾਂਦੇ ਰਸਤੇ ਦੇ ਉੱਤੇ ਤੁਰਦੇ ਨੇ। ਸਤਿਗੁਰੂ ਅਮਰਦਾਸ ਪਾਤਸ਼ਾਹ ਇੱਕ ਬੜੇ ਵੱਡੇ ਆਈਡਲ ਨੇ। ਆਪਾਂ ਕਿਸੇ ਵੀ ਰੂਪ ਵਿੱਚੋਂ ਵੇਖ ਲਈਏ ਜਾਂ ਕਿਸੇ ਵੀ ਨਜ਼ਰੀਏ ਦੇ ਨਾਲ ਉਹਨਾਂ ਦੇ ਜੀਵਨ ਨੂੰ, ਉਹਨਾਂ ਦੇ ਇਤਿਹਾਸ ਨੂੰ ਪੜ੍ਹ ਕੇ ਵੇਖੀਏ, ਉਹ ਇੱਕ ਬੜਾ ਵੱਡਾ ਆਈਡਲ ਨੇ ਸਾਡੇ ਵਾਸਤੇ। ਆਈਡਲ ਇਸ ਲਈ ਨੇ ਵੀ ਜੇ ਕਿਤੇ ਸਾਡੇ ਮਨ ਵਿੱਚ ਚਾਹ ਇੱਛਾ ਹੋਵੇ ਵੀ ਅਸੀਂ ਸੇਵਾ ਕਰਨੀ ਹੈ, ਤੇ ਫਿਰ ਸੇਵਾ ਕਰਨ ਦੇ ਲਈ ਇਹ ਨਹੀਂ ਵੀ ਅਸੀਂ ਉਮਰ ਦਾ, ਆਪਣੀ ਏਜ ਦਾ ਜਿਹੜਾ ਉਹ ਕਿਸੇ ਨਾ ਕਿਸੇ ਤਰ੍ਹਾਂ ਐਕਸਕਿਊਜ਼ ਬਹਾਨਾ ਬਣਾ ਲਈਏ ਵੀ ਮੇਰੀ ਉਮਰ, ਮੇਰੀ ਏਜ ਬੜੀ ਵੱਡੀ ਹੋ ਚੁੱਕੀ ਹੈ ਜਾਂ ਮੇਰੀ ਉਮਰ ਬੜੀ ਵਡੇਰੀ ਹੋ ਚੁੱਕੀ ਹੈ, ਇਸ ਕਰਕੇ ਮੇਰੇ ਕੋਲੋਂ ਸੇਵਾ ਕੋਈ ਨਹੀਂ ਹੋਣੀ। ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇੱਥੇ ਵੀ ਸਮਾਜ ਦੀ ਅਗਵਾਈ ਕੀਤੀ। ਉਸ ਤੋਂ ਬਾਅਦ ਵਿੱਚ ਜਦੋਂ ਜੀਵਨ ਦੇ ਅੰਦਰ ਹੋਰ ਕਈ ਘਟਨਾਵਾਂ, ਧੀਰਜ ਰੱਖਣ ਦੀਆਂ ਘਟਨਾਵਾਂ ਆਉਂਦੀਆਂ ਨੇ, ਸਮਾਜ ਵੱਲੋਂ ਕਈ ਤਰ੍ਹਾਂ ਦੇ ਲਫ਼ਜ਼ ਗੁਰੂ ਅਮਰਦਾਸ ਪਾਤਸ਼ਾਹ ਲਈ ਵਰਤੇ ਜਾਂਦੇ ਨੇ, ਤੇ ਸਤਿਗੁਰੂ ਅਮਰਦਾਸ ਸਾਹਿਬ ਜੀ ਉਦੋਂ ਵੀ ਧੀਰਜ ਰੱਖ ਕੇ ਸਮਾਜ ਦੀ ਅਗਵਾਈ ਕਰਦੇ। ਔਰ ਵੇਖੋ ਨਾ, ਇਹ ਵੀ ਸਮਾਜ ਵੱਲੋਂ ਸਤਿਗੁਰੂ ਅਮਰਦਾਸ ਲਈ ਲਫ਼ਜ਼ ਵਰਤੇ ਗਏ ਸਨ ਕਿ ਵੇਖੋ ਲੜਕੇ ਵਾਲੇ ਹੋ ਕਰਕੇ ਕੁੜਮਾਂ ਦੇ ਘਰ ਵਿੱਚ ਆ ਕੇ ਤੇ ਕਿਵੇਂ ਨੌਕਰਾਂ ਵਾਂਗੂ ਆਪਣਾ ਸਮਾਂ ਜਿਹੜਾ ਉਹਨੂੰ ਵਿਅਤੀਤ ਕਰ ਰਹੇ। ਸਮਾਜ ਵੱਲੋਂ ਜੋ ਮਿਹਣੇ ਮਾਰੇ ਜਾ ਰਹੇ, ਗੁਰੂ ਅਮਰਦਾਸ ਸਾਹਿਬ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਕੰਨਾਂ ਨਾਲ ਸੁਣਿਆ। ਸਤਿਗੁਰੂ ਨੇ ਕੰਨਾਂ ਨਾਲ ਸੁਣ ਕੇ ਕਿੰਨਾ ਧੀਰਜ ਆਪਣੇ ਜੀਵਨ ਦੇ ਅੰਦਰ ਰੱਖਿਆ, ਤੇ ਜੀਵਨ ਅੰਦਰ ਧੀਰਜ ਰੱਖਦਿਆਂ ਹੋਇਆਂ ਸਮਾਜ ਦੀ ਅਗਵਾਈ ਫਿਰ ਵੀ ਕਰ ਰਹੇ। ਕਿਉਂਕਿ ਦੁਨੀਆ ਦਾ ਇੱਕ ਨਜ਼ਰੀਆ ਹੈ, ਸਮਾਜ ਦਾ ਇੱਕ ਨਜ਼ਰੀਆ ਹੈ, ਅੱਜ ਵੀ ਸ਼ਾਇਦ ਕਿਤੇ ਨਾ ਕਿਤੇ ਇਹ ਸਮਾਜ ਵਿੱਚ ਨਜ਼ਰੀਆ ਹੈ ਕਿ ਲੜਕੇ ਵਾਲੇ ਹਮੇਸ਼ਾ ਵੱਡੇ ਤੇ ਲੜਕੀ ਵਾਲੇ ਹਮੇਸ਼ਾ ਛੋਟੇ ਹੁੰਦੇ ਨੇ। ਲੜਕੀ ਵਾਲੇ ਤੇ ਜਾ ਕੇ ਲੜਕੇ ਵਾਲਿਆਂ ਦੇ ਘਰ ਵਿੱਚ ਸੇਵਾ ਕਰ ਸਕਦੇ, ਪਰ ਜੇ ਲੜਕੇ ਵਾਲੇ ਜਾ ਕੇ ਲੜਕੀ ਵਾਲਿਆਂ ਦੇ ਘਰ ਵਿੱਚ ਸੇਵਾ ਕਰਨ ਤੇ ਸਮਾਜ ਉਹਨੂੰ ਬੜਾ ਨੀਵਾਂ ਜਿਹਾ ਕਰਮ ਮੰਨਦਾ। ਹੁਣ ਗੁਰੂ ਅਮਰਦਾਸ ਸਾਹਿਬ ਨੇ ਇੱਥੇ ਵੀ ਸਮਾਜ ਦੀ ਅਗਵਾਈ ਕੀਤੀ। ਭਾਈ ਲੜਕੇ ਵਾਲੇ ਠੀਕ ਹੈ, ਵੱਡੇ ਨੇ, ਉੱਚੇ ਨੇ, ਪਰ ਇੰਨਾ ਖਿਆਲ ਰੱਖਿਓ ਲੜਕੀ ਵਾਲਿਆਂ ਤੋਂ ਉੱਚੇ ਨਹੀਂ, ਕਿਉਂਕਿ ਲੜਕੀ ਵਾਲਿਆਂ ਨੇ ਆਪਣੀ ਧੀ ਨੂੰ 20 ਸਾਲ 22 ਸਾਲ 25 ਸਾਲ ਪਹਿਲੋਂ ਪਾਲਿਆ। 25 ਸਾਲ ਪਾਲਣ ਤੋਂ ਬਾਅਦ ਆਪਣੀ ਇੱਜ਼ਤ, ਆਪਣੀ ਪੱਤ ਤੱਕ ਤੁਹਾਨੂੰ ਸਮਰਪਿਤ ਕਰ ਦਿੱਤੀ, ਤੇ ਉਹਨਾਂ ਤੁਹਾਡੇ ਕੋਲੋਂ ਛੁਪਾ ਕੇ ਕੀ ਰੱਖਿਆ, ਤੁਸੀਂ ਵੱਡੇ ਨਹੀਂ, ਵੱਡੇ ਉਹ ਨੇ ਜਿਨ੍ਹਾਂ ਨੇ ਆਪਣੇ ਜਿਗਰ ਦਾ, ਆਪਣੇ ਹਿਰਦੇ ਦਾ ਟੁਕੜਾ ਵੀ ਤੁਹਾਨੂੰ ਅਰਪਣ ਕਰ ਦਿੱਤਾ। ਖੈਰ, ਸਤਿਗੁਰੂ ਅਮਰਦਾਸ ਸਾਹਿਬ ਜੀ ਵੇਖੋ ਹੈਨ ਤੇ ਲੜਕੇ ਵਾਲੇ, ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਭਤੀਜੇ ਜੀ, ਉਹਨਾਂ ਦਾ ਆਨੰਦ ਕਾਰਜ ਜਿਹੜਾ ਹੈ ਉਹ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਸਪੁੱਤਰੀ ਨਾਲ ਹੁੰਦਾ ਹੈ, ਤੇ ਉਹ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਕੁੜਮ ਨੇ। ਤੇ ਕਿਤੇ ਨਾ ਕਿਤੇ ਇਸ ਗੱਲ ਨੂੰ ਮੰਨਣਾ ਪਏਗਾ ਕਿ ਜਦੋਂ ਬਰਾਤ ਗੁਰੂ ਅੰਗਦ ਦੇ ਪਾਤਸ਼ਾਹ ਦੇ ਗ੍ਰਹਿ ਵਿੱਚ ਆਈ ਹੋਏਗੀ, ਗੁਰੂ ਅਮਰਦਾਸ ਸਾਹਿਬ ਜੀ ਬਰਾਤ ਵਿੱਚ ਆਏ ਵੀ ਹੋਣਗੇ, ਗੁਰੂ ਅੰਗਦ ਦੇਵ ਸਾਹਿਬ ਨੂੰ ਮਿਲੇ ਵੀ ਹੋਣਗੇ, ਹੋ ਸਕਦਾ ਐਜ਼ ਆ ਕੁੜਮ ਉਦੋਂ ਮਿਲੇ ਹੋਣ। ਤੇ ਬਕਾਇਦਾ ਇਤਿਹਾਸਕਾਰ ਇਸ ਗੱਲ ਦਾ ਜਿਹੜਾ ਜ਼ਿਕਰ ਵੀ ਕਰਦੇ ਨੇ ਕਿ ਗੁਰੂ ਅਮਰਦਾਸ ਪਾਤਸ਼ਾਹ ਨੂੰ ਜਿਸ ਦਿਨ ਬੀਬੀ ਅਮਰੋ ਜੀ ਲੈ ਕੇ ਜਾਂਦੇ ਨੇ ਨਾ,
ਤੇ ਬੀਬੀ ਅਮਰੋ ਜੀ ਆਪਣੇ ਜਾ ਕੇ ਪਿਤਾ ਨੂੰ ਮਿਲਦੇ ਤੇ ਪਿਤਾ ਨੂੰ ਜਾ ਕੇ ਦੱਸਦੇ ਨੇ ਵੀ ਮੇਰੇ ਨਾਲ ਮੇਰੇ ਪਿਤਾ ਜੀ ਚੱਲ ਕੇ ਆਏ, ਚਾਚਾ ਜੀ ਚੱਲ ਕੇ ਆਏ ਨੇ ਤੇ ਉਹ ਆਪ ਜੀ ਦੇ ਦਰਸ਼ਨ, ਆਪ ਜੀ ਦੇ ਦੀਦਾਰ ਕਰਨ ਵਾਸਤੇ ਆਏ। ਤੇ ਗੁਰੂ ਅੰਗਦ ਸਾਹਿਬ ਨੇ ਸਵਾਲ ਕੀਤਾ ਵੀ ਕਿੱਥੇ ਨੇ, ਤੇ ਬੀਬੀ ਅਮਰੋ ਜੀ ਨੇ ਜਵਾਬ ਦਿੱਤਾ ਸੀ ਵੀ ਉਹ ਬਾਹਰ ਖੜੋਤੇ। ਤੇ ਸਤਿਗੁਰੂ ਨੇ ਨਾ ਜਵਾਬ ਦਿੰਦੇ ਆਖਿਆ ਸੀ ਵੀ ਬਾਹਰ ਖੜੋਤੇ ਨੂੰ ਅੱਜ ਵੀ ਬਾਹਰ ਹੀ ਛੱਡ ਕੇ ਆ ਗਏ ਹੋ, ਅੱਜ ਉਹਨਾਂ ਨੂੰ ਅੰਦਰ ਬੁਲਾਓ। ਅੰਦਰ ਆਏ। ਗੁਰੂ ਅੰਗਦ ਦੇਵ ਸਾਹਿਬ ਨੇ ਬੜਾ ਅਦਬ, ਬੜਾ ਸਤਿਕਾਰ ਤੇ ਬੜਾ ਮਾਣ ਕੀਤਾ। ਮਾਣ ਦਿੰਦਿਆਂ ਹੋਇਆਂ ਸਤਿਗੁਰੂ ਜੀ ਨੇ ਆਪਣੇ ਕੋਲ ਇੱਕ ਮੰਜੀ, ਇੱਕ ਪੀੜਾ ਜਿਹੜਾ ਉਹਨੂੰ ਡਹਾਇਆ ਵੀ ਇੱਥੇ ਆ ਕੇ ਬੈਠਣਗੇ। ਤੇ ਗੁਰੂ ਅਮਰਦਾਸ ਸਾਹਿਬ ਜਦੋਂ ਜਾਂਦੇ ਨਾ ਕੋਲ ਤੇ ਮਾਲਕ ਜੀ ਚਰਨਾਂ ਤੇ ਨਮਸਕਾਰ ਕਰਕੇ ਆਖਦੇ ਵੀ ਸਤਿਗੁਰੂ ਅੱਜ ਮੈਂ ਕੁੜਮ ਬਣ ਕੇ ਨਹੀਂ, ਅੱਜ ਇੱਕ ਸਿੱਖ ਬਣ ਕੇ ਤੁਹਾਡੇ ਦਰ ਤੇ ਆਇਆ ਤੇ ਅੱਜ ਤੁਹਾਡੀ ਸੇਵਾ ਲੋਚਦਾ, ਅੱਜ ਤੁਹਾਡੀ ਮੈਂ ਸੇਵਾ ਕਰਨੀ ਚਾਹੁੰਦਾ। ਅੱਜ ਮੈਂ ਕੋਈ ਰਿਸ਼ਤੇਦਾਰੀ ਪਗਾਉਣ ਨਹੀਂ ਆਇਆ, ਅੱਜ ਮੈਂ ਕੋਈ ਨਾਤਾ ਪਗਾਉਣ ਨਹੀਂ ਆਇਆ, ਅੱਜ ਸਿਰਫ ਇੱਕੋ ਹੀ ਨਾਤਾ ਪਗਾਵਾਂਗਾ ਤੇ ਉਹ ਨਾਤਾ ਸਿੱਖ ਤੇ ਗੁਰੂ ਦਾ। ਅੱਜ ਤੋਂ ਬਾਅਦ ਵਿੱਚ ਤੁਸੀਂ ਮੇਰੇ ਗੁਰੂ ਤੇ ਮੈਂ ਤੁਹਾਡਾ ਸਿੱਖ, ਜਿਵੇਂ ਤੁਹਾਡਾ ਹੁਕਮ ਹੋਏਗਾ ਉਵੇਂ ਮੈਂ ਹੁਕਮ ਆਪਣੇ ਸਿਰ ਮੱਥੇ ਕਰਕੇ ਮੰਨਾਂਗਾ, ਜਿਵੇਂ ਤੁਹਾਡੀ ਰਜ਼ਾ ਹੋਏਗੀ ਉਸ ਰਜ਼ਾ ਨੂੰ ਮੰਨਾਂਗਾ, ਜਿਵੇਂ ਆਪ ਜੀ ਹੁਕਮ ਕਰੋਗੇ ਉਸ ਮੁਤਾਬਕ ਚੱਲਾਂਗਾ। ਅੱਜ ਦੁਨੀਆਦਾਰੀ ਵਾਸਤੇ ਜਾਂ ਦੁਨੀਆ ਦੇ ਲਈ ਹੋ ਸਕਦਾ ਹੈ ਕਿ ਮੈਂ ਨੀਵਾਂ ਜਾਂ ਤੁਸੀਂ ਉੱਚੇ, ਜਾਂ ਮੈਂ ਉੱਚਾ ਜਾਂ ਤੁਸੀਂ ਨੀਵੇਂ, ਇਸ ਤਰ੍ਹਾਂ ਦੁਨੀਆ ਸੋਚਣ ਲੱਗ ਜਾਏ। ਪਰ ਮਾਲਕ ਪਾਤਸ਼ਾਹ ਅੱਜ ਮੇਰੀ ਮੱਤ ਇਹ ਕਹਿ ਰਹੀ ਹੈ ਤੁਸੀਂ ਮੇਰੇ ਗੁਰੂ ਹੋ ਤੇ ਮੈਂ ਤੁਹਾਡਾ ਸਿੱਖ ਹਾਂ, ਤੁਸੀਂ ਉੱਚੇ ਦੀਨ ਦੁਨੀਆ ਦੇ ਮਾਲਕ, ਮੈਂ ਤੇ ਤੁਹਾਡੇ ਦਰ ਦੇ ਉੱਤੇ ਤੁਹਾਡਾ ਸੇਵਕ ਬਣ ਕੇ ਆਇਆ। ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਆ ਜਿਹੜਾ ਧੀਰਜ ਭਰਿਆ ਜੀਵਨ ਹੈ ਨਾ, ਇਹ ਦੁਨੀਆ ਦੀ ਅਗਵਾਈ ਕਰ ਰਿਹਾ ਤੇ ਦੁਨੀਆ ਇਹਦੀ ਅਗਵਾਈ ਲੈ ਕਰਕੇ, ਇਸ ਜੀਵਨ ਦੀ ਅਗਵਾਈ ਲੈ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਅਗਵਾਈ ਹੇਠ ਰੱਬ ਦੇ ਘਰ ਵੱਲ ਨੂੰ ਜਾਂਦਾ ਜਿਹੜਾ ਰਸਤਾ ਉਸ ਮਾਰਗ ਦੇ ਉੱਤੇ ਤੁਰਦੇ ਹਨ। ਪਰਸਹਿ ਸੰਤ ਪਿਆਰ ਜਿਹ ਕਰਤਾ ਰਹਿ ਸੰਜੋਗ, ਸਤਿਗੁਰੂ ਸੇਵ ਸੁਖ ਪਾਇਓ, ਅਮਰ ਗੁਰ ਕੀਤੋ ਜੋਗ। ਫਿਰ ਨਾ ਭੱਟ ਜੀ ਕਹਿੰਦੇ ਪਰਸੈ ਸੰਤ ਪਿਆਰ, ਕਹਿੰਦੇ ਜਿਹੜੇ ਰੱਬ ਦੇ ਪਿਆਰੇ ਸੰਤ ਨੇ ਨਾ, ਉਹ ਸੰਤ ਗੁਰੂ ਜੀ ਦੇ ਪਿਆਰ ਨੂੰ ਪਰਸਦੇ ਨੇ, ਗੁਰੂ ਜੀ ਦੇ ਚਰਨਾਂ ਨੂੰ ਪਰਸਦੇ ਨੇ, ਗੁਰੂ ਜੀ ਦੇ ਪ੍ਰੇਮ ਦਾ ਅਦਬ ਕਰਦੇ, ਸਤਿਕਾਰ ਕਰਦੇ। ਕਿਹੜੇ ਗੁਰੂ ਜੀ ਦਾ? ਫਿਰ ਬਕਾਇਦਾ ਇਹ ਵੀ ਦੱਸਿਆ ਜਿਹੇ ਕਰਤਾਰ ਸੰਜੋਗ, ਜਿਸ ਗੁਰੂ ਦਾ ਮੇਲ ਕਰਤਾਰ ਨਾਲ ਹੋ ਚੁੱਕਾ ਹੈ ਜਾਂ ਜਿਸ ਗੁਰੂ ਦਾ ਸੰਜੋਗ ਅਕਾਲ ਪੁਰਖ ਨਾਲ ਹੋ ਚੁੱਕਾ, ਮੇਲ ਅਕਾਲ ਪੁਰਖ ਨਾਲ ਹੋ ਚੁੱਕਾ ਹੈ, ਉਸ ਗੁਰੂ ਦੇ ਪਿਆਰ ਨੂੰ ਪਰਸਦੇ ਨੇ ਜਿਹੜੇ ਸੰਤ ਨੇ, ਜਿਹੜੇ ਰੱਬ ਦੇ ਪਿਆਰੇ ਨੇ। ਥੋੜਾ ਜਿਹਾ ਇੱਥੇ ਤਵੱਜੋ ਦੇ ਕੇ ਸਮਝਿਓ। ਆਪਾਂ ਸੰਸਾਰਿਕ ਤੌਰ ਤੇ ਵਿਚਰਦੇ ਆ ਨਾ, ਇੱਕ ਫੀਲਡ ਦਾ ਬੰਦਾ ਜਦੋਂ ਦੂਜੇ ਇਨਸਾਨ ਨੂੰ ਮਿਲਦਾ ਨਾ, ਇੱਕੋ ਫੀਲਡ ਦੇ ਦੋ ਬੰਦੇ, ਚਾਰ ਬੰਦੇ ਇਕੱਠੇ ਹੋ ਕੇ ਬੈਠੇ ਹੋਣ, ਜਦੋਂ ਉਹਨਾਂ ਦੀਆਂ ਬਾਤਾਂ, ਉਹਨਾਂ ਦੀਆਂ ਗੱਲਾਂ ਚੱਲਣਗੀਆਂ ਤੇ ਉਸੇ ਫੀਲਡ ਦੀਆਂ ਚੱਲਣਗੀਆਂ ਜਿਹੜੇ ਫੀਲਡ ਨਾਲ ਉਹਨਾਂ ਦਾ ਸੰਬੰਧ ਹੈ। ਚਾਹੇ ਕੋਈ ਮਾਰਕੀਟਿੰਗ ਕਰਨ ਵਾਲਾ, ਚਾਹੇ ਕੋਈ ਦੁਕਾਨਦਾਰੀ ਕਰਨ ਵਾਲਾ, ਚਾਹੇ ਕੋਈ ਵਪਾਰ ਕਰਨ ਵਾਲਾ, ਇੱਥੋਂ ਤੱਕ ਜੇ ਕਹਿ ਲਾਂ ਤੇ ਜੇ ਕੋਈ ਪ੍ਰਚਾਰ ਕਰਨ ਵਾਲਾ, ਜੇ ਚਾਰ ਪ੍ਰਚਾਰਕ ਇਕੱਠੇ ਹੋ ਕੇ ਬੈਠਣਗੇ ਤੇ ਉਹਨਾਂ ਦੀ ਜਦੋਂ ਬਾਤ ਚੱਲੇਗੀ ਤੇ ਇਸੇ ਫੀਲਡ ਨੂੰ ਲੈ ਕੇ ਚੱਲੇਗੀ। ਹੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਰੱਬ ਦੇ ਪਿਆਰੇ, ਇਉਂ ਕਹਿ ਲਓ ਵੀ ਰੱਬ ਦਾ ਰੂਪ ਨੇ। ਰੱਬ ਦੇ ਪਿਆਰੇ ਜਦੋਂ ਸਮਾਜ ਵਿੱਚ ਵਿਚਰਦੇ ਨੇ, ਉਹਨਾਂ ਨੇ ਜਦੋਂ ਇਕੱਤਰ ਹੋ ਕੇ ਬੈਠਣਾ, ਇਕੱਠੇ ਹੋ ਕੇ ਬੈਠਣਾ ਹੈ, ਤੇ ਖਿਆਲ ਕਰਿਓ ਜਿਵੇਂ ਦੁਨਿਆਵੀ ਲੋਕ ਦੁਨਿਆਵੀ ਗੱਲਾਂ ਕਰਦੇ ਨਾ, ਆਪਣੇ ਆਪਣੇ ਕਰਮ ਦੇ ਮੁਤਾਬਕ ਉਹਨਾਂ ਨੇ ਗੱਲਾਂ ਬਾਤਾਂ ਜਿਹੜੀਆਂ ਉਹਨਾਂ ਨੂੰ ਕੀਤਾ। ਜਦੋਂ ਰੱਬ ਦੇ ਪਿਆਰੇ ਇਕੱਠੇ ਹੋ ਕੇ ਬੈਠੇ ਤੇ ਉਹ ਸੰਸਾਰਕ ਗੱਲਾਂ ਨਹੀਂ ਕਰਦੇ, ਉਹ ਦੁਨਿਆਵੀ ਗੱਲਾਂ ਨਹੀਂ ਕਰਦੇ। ਉਹਨਾਂ ਜਦੋਂ ਬਾਤ ਕਰਨੀ ਤੇ ਉਦੋਂ ਰੱਬ ਦੀ ਬਾਤ ਨਹੀਂ ਪਾਉਣਾ, ਰੱਬ ਦੀ ਬਾਤ ਹੀ ਉਹਨਾਂ ਨੇ ਕਰਨੀ ਹੈ। ਕਿਉਂ? ਉਹਨਾਂ ਨੂੰ ਇੱਕ ਲਾਲਸ ਹੈ ਨਾ, ਜਿਹਨੂੰ ਗੁਰਬਾਣੀ ਨੇ ਵੀ ਸਾਡੇ ਸਾਹਮਣੇ ਰੱਖਿਆ ਸੀ, ਸੰਤ ਮਿਲੇ ਕਿਛ ਸੁਣੀਐ ਕਹੀਐ, ਮਿਲੇ ਅਸੰਤ ਮਸਤ ਕਰ ਰਹੀ ਹੈ। ਔਰ ਇੱਕ ਬੜਾ ਵੱਡਾ ਗੁਣ ਹੈ ਸਾਡੇ ਜੀਵਨ ਦੇ ਅੰਦਰ, ਸਾਨੂੰ ਕਿਤੇ ਨਾ ਕਿਤੇ ਇਹ ਗੁਣ ਅਪਣਾ ਲੈਣਾ ਚਾਹੀਦਾ
ਵੀ ਜਦੋਂ ਕੋਈ ਰੱਬੀ ਪਿਆਰਾ ਮਿਲੇ ਉਦੋਂ ਤੇ ਅਸੀਂ ਉਹਦੇ ਨਾਲ ਬਹਿ ਕੇ ਵਿਚਾਰ ਕਰੀਏ, ਕਿਉਂਕਿ ਉਹਦੇ ਕੋਲੋਂ ਕੁਝ ਸਿੱਖਣ ਨੂੰ ਮਿਲ ਸਕਦਾ ਹੈ, ਬਹੁਤ ਕੁਝ ਅਸੀਂ ਉਹਦੇ ਕੋਲੋਂ ਸਿੱਖ ਸਕਦੇ ਹਾਂ। ਤੇ ਜੇ ਕੋਈ ਰੱਬ ਨਾਲੋਂ ਟੁੱਟਿਆ ਮਿਲ ਜਾਏ ਤੇ ਉਸ ਵਕਤ ਸਤਿਗੁਰੂ ਕਹਿੰਦੇ ਮਸਤ ਕਰ ਰਹੀ ਆ ਸੱਜਣਾ, ਉਦੋਂ ਚੁੱਪ ਹੀ ਕਰ ਜਾ, ਨਾ ਉਹਦੇ ਕੋਲੋਂ ਕੁਝ ਪੁੱਛਣ ਦੀ ਲੋੜ ਤੇ ਨਾ ਉਹਨੂੰ ਕੁਝ ਦੱਸਣ ਦੀ ਲੋੜ, ਉਹ ਤਾਂ ਚੁੱਪ ਹੀ ਕਰ ਜਾ। ਕਿਉਂਕਿ ਹੋ ਸਕਦਾ ਉਹਦਾ ਸੰਗ ਵਿੱਚ ਬੈਠੇ ਆ, ਉਹਦੀ ਸੰਗਤ ਵਿੱਚ ਬੈਠੇ ਆ, ਕੋਈ ਬਾਤ ਉਹਦੀ ਐਸੀ ਹੋਵੇ ਜਿਹੜੀ ਬਾਤ ਉਹਦੀ ਤੈਨੂੰ ਰੱਬ ਤੋਂ ਬੜੀ ਦੂਰ ਕਰ ਦੇ, ਰੱਬ ਦੇ ਮਾਰਗ ਤੋਂ ਬੜੀ ਦੂਰ ਲੈ ਜਾਏ। ਇਸ ਕਰਕੇ ਜੇ ਰੱਬ ਨਾਲੋਂ ਟੁੱਟਿਆ ਮਿਲੇ ਤੇ ਮਸਤ ਕਰ ਰਹੀ ਹੈ, ਜੇ ਰੱਬ ਨਾਲ ਜੁੜਿਆ ਮਿਲ ਜਾਏ ਤੇ ਉਹਨੂੰ ਕੁਝ ਉਹਦੇ ਤੋਂ ਸੁਣ ਤੇ ਕੁਝ ਉਹਦੇ ਕੋਲੋਂ ਪੁੱਛ ਵੀ ਉਹ ਤੈਨੂੰ ਮਾਰਗ ਕਿਸ ਤਰੀਕੇ ਨਾਲ ਦਰਸਾ ਰਿਹਾ। ਹੁਣ ਰੱਬੀ ਪਿਆਰਿਆਂ ਦੀ ਇਹ ਹਰ ਵਕਤ ਲਾਲਸ ਹੈ। ਰੱਬ ਦੇ ਪਿਆਰਿਆਂ ਨੇ ਜੇ 4-5 ਗੁਰਮੁਖ ਪਿਆਰੇ ਇਕੱਠੇ ਹੋ ਕੇ ਬੈਠਣਗੇ ਤੇ ਉਹ ਕੀ ਕਹਿਣਗੇ, ਜਿਹਨੂੰ ਆਪਾਂ ਗੁਰਬਾਣੀ ਦੇ ਅੰਦਰ ਪੜ੍ਹਦੇ ਆਂ, ਗੁਰਬਾਣੀ ਦੇ ਅੰਦਰ ਵਿਚਾਰਦੇ ਆਂ, ਇਹ ਗੱਲ ਪੜ੍ਹਦੇ ਆਂ ਨਾ, ਆਵੋ ਭੈਣੇ ਗਲ ਮਿਲੇ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ। ਹੁਣ ਉਹ ਰੱਬੀ ਪਿਆਰੇ ਗੁਰਮੁਖ ਸੰਗਤਾਂ ਜਾਂ ਸਖੀ ਸੰਗਤਾਂ, ਸਤ ਸੰਗਤ ਰੂਪ ਜਿਹੜੀਆਂ ਸਖੀਆਂ ਨੇ, ਜਦੋਂ ਮਿਲੀਆਂ ਤੇ ਉਹਨਾਂ ਕੀ ਆਖਿਆ, ਆਵੋ ਭੈਣੇ ਗਲ ਮਿਲੇ, ਆਓ ਆਪਾਂ ਗਲ ਮਿਲੀਏ ਤੇ ਅੰਕ ਸਹੇਲੜੀਆਂ, ਸਾਰੀਆਂ ਇੱਕ ਦੂਜੇ ਦੇ ਗਲ ਨਾਲ ਲੱਗੀਏ, ਮਿਲ ਕੇ ਕਰਾਂ ਕਹਾਣੀਆਂ, ਆਪਾਂ ਸਾਰੀਆਂ ਮਿਲ ਕੇ ਕਹਾਣੀਆਂ ਪਾਉਨੇ ਆ। ਤੇ ਕਹਾਣੀਆਂ ਕਾਹਦੀਆਂ ਪਾਉਣੀਆਂ ਨੇ, ਸਮਰੱਥ ਕੰਤ ਕੀਆਂ। ਜਿਹੜਾ ਸਮਰੱਥ ਅਕੰਤ ਹੈ, ਅਕਾਲ ਪੁਰਖ ਪਰਮੇਸ਼ਵਰ ਹੈ, ਉਸ ਪਤੀ ਦੀਆਂ ਬਾਤਾਂ ਆਪਾਂ ਪਾਉਨੇ ਆ, ਜਿਹਨੂੰ ਸਤਿਗੁਰੂ ਪਾਤਸ਼ਾਹ ਜੀ ਨੇ, ਗੁਰੂ ਅਮਰਦਾਸ ਸਾਹਿਬ ਨੇ ਵੀ ਜਦੋਂ ਪ੍ਰਗਟਾਇਆ ਸੀ ਤੇ ਉਹਨਾਂ ਇਹੀ ਆਖਿਆ ਸੀ ਨਾ, ਵੀ ਹੇ ਗੁਰਮੁਖ ਪਿਆਰਿਓ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਹੁਣ ਜਦੋਂ ਉਹਨਾਂ ਆਵਾਜ਼ ਮਾਰ ਕੇ ਗੁਰਸਿੱਖ ਪਿਆਰਿਆਂ ਨੂੰ ਇਕੱਠੇ ਕੀਤਾ ਤੇ ਇਕੱਠੇ ਕਰਕੇ ਇਹ ਨਹੀਂ ਕਿਹਾ ਵੀ ਆਓ ਆਪਾਂ ਸੰਸਾਰਿਕ ਗੱਲਾਂ ਕਰੀਏ ਜਾਂ ਸੰਸਾਰਿਕ ਬਾਤਾਂ ਕਰੀਏ, ਉਹ ਵੀ ਆਖਦੇ ਵੀ ਆਓ ਆਪਾਂ ਮਿਲ ਕੇ ਬਾਤਾਂ ਪਾਉਨੇ ਆ, ਵਿਚਾਰਾਂ ਕਰਦੇ ਆ ਤੇ ਵਿਚਾਰਾਂ ਕਰਦੇ ਆ ਅਕਾਲ ਪੁਰਖ ਪਰਮੇਸ਼ਵਰ ਦੇ ਕਰਦੀਆਂ, ਉਹਦੀ ਬਾਣੀ ਨੂੰ ਗਾਇਨ ਕਰਦੇ ਆ। ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ। ਹੁਣ ਆਪਾਂ ਇਹ ਖੋਜ ਕਰਨੀ ਹੈ ਕਿ ਜੇ ਅਸੀਂ ਅਕਥ ਨੂੰ ਮਿਲਣਾ ਹੈ, ਰੱਬ ਨੂੰ ਮਿਲਣਾ ਹੈ, ਤੇ ਕਿਹੜੇ ਤਰੀਕੇ ਨਾਲ ਮਿਲਿਆ ਜਾਵੇ। ਅਸੀਂ ਜੇ ਉਹਨੂੰ ਮਿਲਣਾ ਹੈ, ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ। ਫਿਰ ਉਥੋਂ ਕੀ ਸਿੱਖਣ ਨੂੰ ਮਿਲਦਾ ਹੈ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ, ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ। ਆਹ ਤਰੀਕਾ ਉਸ ਅਕਾਲ ਪੁਰਖ ਨੂੰ ਪਾਉਣ ਦਾ, ਉਹਨੂੰ ਹਾਸਲ ਕਰਨ ਦਾ। ਹੁਣ ਜੇ ਆਪਾਂ ਬਹਿ ਕੇ 4 ਗੁਰਸਿੱਖ ਸੰਗਤਾਂ ਦੇ ਰੂਪ ਵਿੱਚ, ਇਕੱਠ ਦੇ ਰੂਪ ਵਿੱਚ ਬੈਠਾਂਗੇ ਤਾਂ ਹੀ ਵਿਚਾਰਾਂ ਚੱਲਣਗੀਆਂ ਨਾ। ਜੇ ਆਪਾਂ ਬੈਠ ਕੇ ਵਿਚਾਰਾਂ ਕਰਦਿਆਂ ਹੋਇਆਂ ਗੱਲਾਂ ਹੀ ਸੰਸਾਰਿਕ ਕਰਨ ਲੱਗ ਜਾਈਏ ਤੇ ਰੱਬ ਦੇ ਘਰ ਦੀਆਂ ਬਾਤਾਂ ਹੋਣ ਹੀ ਨਾ, ਸਾਨੂੰ ਕੀ ਪਤਾ ਲੱਗੇ ਰੱਬ ਕਿਵੇਂ ਮਿਲਦਾ ਤੇ ਕਿਸ ਢੰਗ ਨਾਲ ਮਿਲਦਾ। ਹੁਣ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ੋਭਾ ਕਰਦਿਆਂ ਆਖਦੇ, ਕਹਿੰਦੇ ਸਤਿਗੁਰੂ ਅਮਰਦਾਸ ਸਾਹਿਬ ਜੀ ਜਿਹੜੇ ਖੁਦ ਅਕਾਲ ਪੁਰਖ ਦਾ ਰੂਪ ਨੇ, ਅਕਾਲ ਪੁਰਖ ਨਾਲ ਮਿਲੇ ਹੋਏ ਨੇ, ਅਕਾਲ ਪੁਰਖ ਦੇ ਵਿੱਚ ਲੀਨ ਨੇ, ਜਿਹੜੇ ਉਹਨਾਂ ਦੇ ਚਰਨ ਆ ਕੇ ਸੰਤ ਜਨ ਪਰਸਦੇ ਨੇ, ਉਹਨਾਂ ਨੂੰ ਆ ਕੇ ਪ੍ਰੇਮ ਕਰਦੇ, ਉਹਨਾਂ ਨਾਲ ਪਿਆਰ ਕਰਦੇ ਨੇ, ਕਿਉਂਕਿ ਸਤਿਗੁਰੂ ਜੀ ਨੇ ਆਪਣਾ ਸੰਜੋਗ ਕਰਤਾਰ ਨਾਲ ਕੀਤਾ ਹੋਇਆ। ਸਤਿਗੁਰੂ ਸੇਵ ਸੁਖ ਪਾਇਓ, ਤੇ ਉਹ ਗੁਰੂ ਨੂੰ ਸੇਵ ਕਰਕੇ, ਉਹ ਗੁਰੂ ਨੂੰ ਚੇਤੇ ਕਰਕੇ ਸਤਿਗੁਰੂ ਦੀ ਸੇਵਾ ਕਮਾਉਂਦਿਆਂ ਹੋਇਆਂ ਸੁਖ ਪਾਉਂਦੇ ਨੇ। ਤੇ ਅਮਰ ਗੁਰ ਕੀਤੋ ਜੋਗ, ਧੰਨ ਗੁਰੂ ਅਮਰਦਾਸ ਸਾਹਿਬ ਨੇ ਉਹਨਾਂ ਨੂੰ ਇਸ ਯੋਗ ਬਣਾ ਦਿੱਤਾ ਕਿ ਉਹ ਖੁਦ ਅਕਾਲ ਪੁਰਖ ਪਰਮੇਸ਼ਵਰ ਦੇ ਗੁਣ ਗਾਉਂਦਿਆਂ ਹੋਇਆਂ ਉਹਦੇ ਵਿੱਚ ਲੀਨ ਹੋ ਜਾਣ। ਸਤਿਗੁਰੂ ਨੇ ਗੁਰਮੁਖ ਪਿਆਰਿਆਂ ਸੰਤਾਂ ਦੇ ਉੱਤੇ, ਰੱਬ ਦੇ ਪਿਆਰਿਆਂ ਉੱਤੇ ਇੰਨੀ ਕੁ ਰਹਿਮਤ ਵਰਤਾਈ ਕਿ ਉਹਨਾਂ ਨੂੰ ਇੰਨਾ ਯੋਗ ਬਣਾਤਾ, ਇਸ ਢੰਗ ਦੇ ਕਾਬਲ ਬਣਾਤਾ ਕਿ ਉਹ ਖੁਦ ਬੈਠ ਕੇ ਅਕਾਲ ਪੁਰਖ ਪਰਮੇਸ਼ਵਰ ਦੀ ਸ਼ੋਭਾ ਗਾਉਂਦਿਆਂ ਹੋਇਆਂ ਉਹਦੇ ਵਿੱਚ ਲੀਨਤਾ ਹਾਸਲ ਕਰ ਲੈਵਣ। ਨਾਮ ਨਾਵਣ ਨਾਮ ਰਸ ਖਾਣ, ਹਰ ਭੋਜਨ ਨਾਮ ਰਸ, ਸਦਾ ਚਾਏ ਮੁਖ ਮਿਸ਼ਟ ਬਾਣੀ। ਦੁਨੀਆ ਦਾ ਖਾਣਾ ਕੁਝ ਹੋਰ, ਦੁਨੀਆ ਦਾ ਪਹਿਨਣਾ ਕੁਝ ਹੋਰ, ਦੁਨੀਆ ਦਾ ਵਿਚਰਨਾ ਕੁਝ ਹੋਰ, ਤੇ ਦੁਨੀਆ ਦੀ ਬੋਲੀ ਵੀ ਕੁਝ ਹੋਰ। ਤੇ ਭੱਟ ਕੱਲ ਜੀ ਪਤਾ ਕੀ ਕਹਿੰਦੇ, ਕਹਿੰਦੇ ਜਦੋਂ ਦੁਨੀਆ ਵੇਖੀ ਨਾ
ਦੁਨੀਆ ਦਾ ਭੋਜਨ, ਦੁਨੀਆ ਦਾ ਪਹਿਰਾਵਾ, ਦੁਨੀਆ ਦੀ ਬਾਣੀ, ਦੁਨੀਆ ਦੀ ਬਣਾਵਟ ਤੇ ਦੁਨੀਆ ਦੀ ਬੋਲੀ ਵੇਖ ਕੇ ਬੜੀ ਹੈਰਾਨਗੀ ਹੋਈ। ਇਸ ਤਰ੍ਹਾਂ ਦਾ ਵੀ ਜਿਹੜਾ ਸਮਾਜ ਦੇ ਹਾਲਾਤ ਹੋ ਸਕਦੇ ਨੇ। ਫਿਰ ਕਹਿੰਦੇ ਗੁਰੂ ਅਮਰਦਾਸ ਸਾਹਿਬ ਦੇ ਬਾਰੇ ਵਿੱਚ ਵੇਖਿਆ, ਤੇ ਜਦੋਂ ਉਹਨਾਂ ਦੇ ਬਾਰੇ ਵਿੱਚ ਵੇਖਿਆ ਨਾ, ਤੇ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਜੀਵਨ ਵਿੱਚ ਨਾਮ ਨਹਾਵਣ, ਉਹਨਾਂ ਦਾ ਜਿਹੜਾ ਨਹਾਉਣਾ ਹੈ ਨਾ, ਉਹ ਵੀ ਅਕਾਲ ਪੁਰਖ ਨੂੰ ਚੇਤੇ ਕਰਨਾ, ਉਹਦੀ ਯਾਦ ਵਿੱਚ ਜੁੜਨਾ। ਨਾਮ ਰਸ ਖਾਣ, ਜਦੋਂ ਖਾਣ ਦੀ ਬਾਤ ਆਈ ਤੇ ਉਹ ਰੱਬ ਦੇ ਨਾਮ ਰਸ ਨੂੰ ਹੀ ਚੱਖਦੇ ਨੇ। ਔਰ ਭੋਜਨ ਨਾਮ ਰਸ, ਔਰ ਉਹਨਾਂ ਦੇ ਜਦੋਂ ਭੋਜਨ ਦੀ ਬਾਤ ਆਈ ਉਹ ਵੀ ਨਾਮ ਦਾ ਰਸ। ਸਦਾ ਚਾਹੇ, ਹਮੇਸ਼ਾ ਚਾਹ ਦੇ ਅੰਦਰ ਮੁੱਖ ਮਿਸ਼ਟ ਬਾਣੀ, ਇਹੀ ਉਹਨਾਂ ਦੇ ਮੁੱਖ ਵਿੱਚ ਮਿਸ਼ਟ ਬਾਣੀ। ਬੋਲੀ ਬੜੀ ਮਿੱਠੀ ਹੈ ਉਹਨਾਂ ਦੀ, ਕਿਉਂਕਿ ਹਰ ਵਕਤ ਉਹਨਾਂ ਦੀ ਰਸਨਾ ਦੇ ਉੱਤੇ ਰੱਬੀ ਨਾਮ ਤੇ ਰੱਬੀ ਯਾਦ ਹੈ। ਹੁਣ ਇੱਥੇ ਥੋੜਾ ਜਿਹਾ ਤਵੱਜੋ ਦਿਓ, ਜਿਹੜਾ ਹਰ ਵਕਤ ਰੱਬੀ ਯਾਦ ਵਿੱਚ ਜੁੜਿਆ ਨਾ, ਰੱਬੀ ਚਿੰਤਨ ਵਿੱਚ ਜੁੜਿਆ। ਮੈਂ ਜੁੜੇ ਦੀ ਗੱਲ ਕਰ ਰਿਹਾ, ਜ਼ੁਬਾਨ ਕਰਕੇ ਨਹੀਂ, ਕਿਉਂਕਿ ਜ਼ੁਬਾਨ ਕਰਕੇ ਜਿਹੜਾ ਬੋਲਣ ਵਾਲਾ, ਰੱਬ ਨੂੰ ਚੇਤੇ ਕਰਨ ਵਾਲਾ, ਉਹ ਘੜੀਆਂ 2 ਘੜੀਆਂ ਤੇ ਰੱਬ ਨੂੰ ਚੇਤੇ ਕਰਦਾ, ਪਰ ਮੁੜ ਕੇ ਸਾਰਾ ਦਿਨ ਜ਼ੁਬਾਨ ਤੋਂ ਅਪਸ਼ਬਦਾਵਲੀ ਚੱਲਦੀ ਹੈ। ਤੇ ਨਿਸ਼ਾਨੀ ਜੇ ਗੁਰਮੁਖ ਪਿਆਰੇ ਗੁਰੂ ਜਨ ਦੀ, ਜਾਂ ਗੁਰੂ ਦੇ ਸੇਵਕ ਦੀ, ਜਾਂ ਰੱਬ ਨਾਲ ਜੁੜੇ ਦੀ, ਰੱਬ ਨਾਲ ਜੁੜੇ ਦੀ ਨਿਸ਼ਾਨੀ ਇਹ ਹੈ ਕਿ ਉਹਦੀ ਰਸਨਾ ਤੋਂ ਜਦੋਂ ਵੀ ਸ਼ਬਦ ਨਿਕਲਣਗੇ ਇਉਂ ਹੀ ਲੱਗੇਗਾ ਜਿਵੇਂ ਅਮਿਓ ਚੱਲੇ ਝਰਨੇ, ਉਹਦੀ ਰਸਨਾ ਤੋਂ ਅੰਮ੍ਰਿਤ ਦੇ ਝਰਨੇ ਚੱਲ ਰਹੇ ਨੇ। ਤੇ ਗੁਰੂ ਅਮਰਦਾਸ ਸਾਹਿਬ ਜੀ ਪਹਿਨਦੇ ਨੇ ਰੱਬ ਦਾ ਨਾਮ, ਖਾਂਦੇ ਨੇ ਰੱਬ ਦਾ ਨਾਮ, ਉਹਨਾਂ ਦਾ ਨਹਾਉਣਾ ਵੀ ਰੱਬ ਦਾ ਨਾਮ, ਉਹਦੀ ਯਾਦ ਵਿੱਚ ਜੁੜਨਾ, ਉਹਨਾਂ ਦਾ ਹਰ ਰਸ ਰੱਬ ਦੀ ਯਾਦ ਵਿੱਚ ਜੁੜ ਕੇ, ਵਿਅਤੀਤ ਰੱਬ ਦੇ ਚਿੰਤਨ ਵਿੱਚ ਜੁੜ ਕੇ ਹਰ ਵਕਤ ਰਹਿਣਾ, ਹਰ ਸਮਾਂ ਰੱਬ ਦੀ ਯਾਦ ਵਿੱਚ ਗੁਜ਼ਾਰਨਾ। ਤੇ ਭੱਟ ਜੀ ਕਹਿੰਦੇ ਉਹਨਾਂ ਦੀ ਰਸਨਾ ਤੋਂ ਜਦੋਂ ਵੀ ਸ਼ਬਦ ਨਿਕਲਦਾ ਨਾ, ਮਿਸ਼ਟ ਬਾਣੀ, ਬੜੀ ਜ਼ਿਆਦਾ ਮਿੱਠੀ ਬੋਲੀ ਉਹਨਾਂ ਦੀ ਰਸਨਾ ਤੋਂ ਨਿਕਲਦੀ ਹੈ। ਰੱਬ ਨਾਲ ਜੁੜੇ ਦੀ ਨਿਸ਼ਾਨੀ ਹੈ ਕਿ ਉਹਦੀ ਰਸਨਾ ਤੋਂ ਜਦੋਂ ਵੀ ਸ਼ਬਦ ਨਿਕਲੇਗਾ ਬੜਾ ਮਿਠਾਸ ਭਰਿਆ, ਬੜੇ ਮਿੱਠੇ ਬੋਲ ਉਹਦੀ ਰਸਨਾ ਤੋਂ ਨਿਕਲਣਗੇ, ਅਪਸ਼ਬਦਾਵਲੀ ਨਹੀਂ ਨਿਕਲੇਗੀ। ਉਹਦੀ ਰਸਨਾ ਤੋਂ ਕਿਸੇ ਤਰ੍ਹਾਂ ਦੇ ਕੁਬਚਨ ਨਹੀਂ ਨਿਕਲਣਗੇ, ਕਬੋਲ ਨਹੀਂ ਨਿਕਲਣਗੇ। ਉਹ ਜਦੋਂ ਬੋਲੇਗਾ ਉਦੋਂ ਆਪਣੀ ਰਸਨਾ ਤੋਂ ਮਿੱਠੀ ਬਾਣੀ ਹੀ ਬੋਲੇਗਾ। ਕਿਉਂਕਿ ਸਤਿਗੁਰੂ ਜੀ ਨੇ ਜਿੱਥੇ ਇਸ ਗੱਲ ਦਾ ਪ੍ਰਗਟਾਵਾ ਕੀਤਾ, ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਬਚਨ, ਆਪ ਦੀਆਂ ਰਸਨਾਵਾਂ ਤੇ ਰਹਿੰਦਾ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਹੁਣ ਜਿਹੜਾ ਰੱਬ ਨਾਲ ਜੁੜਿਆ, ਸੁਭਾਵਿਕ ਜਿਹੀ ਬਾਤ ਹੈ, ਰੱਬ ਨਾਲ ਜੁੜੇ ਦੇ ਵਿੱਚ ਰੱਬ ਦੇ ਗੁਣ ਵੀ ਆਉਣਗੇ, ਤੇ ਜਿਹਦੇ ਕੋਲ ਰੱਬੀ ਗੁਣ ਆਉਣਗੇ ਉਹ ਖੁਦ ਵੀ ਮਿੱਠ ਬੋਲੜਾ ਬਣ ਜਾਏਗਾ। ਗੁਰੂ ਅਰਜਨ ਸਾਹਿਬ ਜੀ ਦੀ ਬਾਤ ਆਪਾਂ ਕਰਦੇ ਹਾਂ, ਸਤਿਗੁਰੂ ਅਰਜਨ ਦੇ ਪਾਤਸ਼ਾਹ ਜੀ ਗੁਰੂ ਅਮਰਦਾਸ ਤੋਂ ਬਾਅਦ ਵਿੱਚ, ਠੀਕ ਹੈ ਕਹਿ ਸਕਦੇ ਹਾਂ, ਪਰ ਬਾਬਾ ਫਰੀਦ ਜੀ ਦੀ ਬਾਣੀ ਉਸ ਤੋਂ ਪਹਿਲੋਂ ਗੁਰੂ ਅਮਰਦਾਸ ਪਾਤਸ਼ਾਹ ਕੋਲ ਹੈ। ਤੇ ਬਾਬਾ ਫਰੀਦ ਜੀ ਇਸ ਗੱਲ ਦਾ ਪ੍ਰਗਟਾਵਾ ਕਰ ਦਿੰਦੇ, ਭਾਈ ਜਦੋਂ ਆਪਣੀ ਜ਼ੁਬਾਨ ਤੋਂ ਬੋਲਣਾ ਤੇ ਉਦੋਂ ਕੀ ਬੋਲਣਾ, ਨਿਵਣ ਸੋ ਅੱਖਰ ਖਵਣ ਗੁਣ ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਆਪਣੀ ਰਸਨਾ ਤੋਂ ਜਦੋਂ ਵੀ ਬੋਲਣਾ ਤੇ ਉਦੋਂ ਆਪਣੀ ਰਸਨਾ ਤੋਂ ਉਹੀ ਬਚਨ ਬੋਲੀਏ ਜਿਹੜੇ ਮਿਠਾਸ ਨਾਲ ਭਰੇ ਹੋਏ, ਤੇ ਮਿਠਾਸ ਨਾਲ ਭਰੇ ਹੋਏ ਬੋਲ ਕਿਸੇ ਦੇ ਹਿਰਦੇ ਨੂੰ ਵਲੂੰਦਰਨ ਨਾ, ਕਿਸੇ ਦੇ ਹਿਰਦੇ ਨੂੰ ਤੋੜਨ ਨਾ, ਬਜਾਏ ਤੋੜਨ ਦੇ ਸਾਡੇ ਬੋਲੇ ਹੋਏ ਬੋਲ ਉਹਨਾਂ ਨੂੰ ਜੋੜ ਕੇ ਰੱਖ ਦੇਣ। ਇਦਾਂ ਦੇ ਸ਼ਬਦ ਸਾਡੀ ਰਸਨਾ ਤੋਂ ਹੋਣ, ਜਿਹਨੂੰ ਸਤਿਗੁਰੂ ਜੀ ਨੇ, ਬਾਬਾ ਫਰੀਦ ਜੀ ਨੇ ਹੀ ਆਖਿਆ ਸੀ ਨਾ ਕਿ ਉਹ ਅਕਾਲ ਪੁਰਖ ਦਾ ਘਰ ਸਭ ਤੋਂ ਚੰਗਾ ਮਨੁੱਖ ਦਾ ਹਿਰਦਾ। ਤੇ ਅਸੀਂ ਆਪਣੀ ਰਸਨਾ ਤੋਂ ਕਦੇ ਵੀ ਐਸਾ ਬੋਲ ਨਾ ਬੋਲੀਏ ਕਿ ਕਿਸੇ ਦਾ ਹਿਰਦਾ ਟੁੱਟ ਜਾਏ, ਰੱਬ ਦੇ ਘਰ ਨੂੰ ਅਸੀਂ ਥੋੜ ਕੇ ਰੱਖ ਦਈਏ। ਤੇ ਉਹਨਾਂ ਆਖਿਆ ਸੀ ਨਾ ਕਿ ਭਾਈ ਆਪਣੀ ਰਸਨਾ ਤੋਂ ਬੋਲਣ ਲੱਗਿਆਂ ਖਿਆਲ ਕਰੀ, ਹਿਆਉ ਨਾ ਠਾਹੇ ਕਹੀਂ ਦਾ। ਆਪਣੀ ਰਸਨਾ ਤੋਂ ਏਦਾਂ ਦਾ ਬਚਨ ਨਾ ਬੋਲੀ ਕਿ ਕਿਸੇ ਦਾ ਹਿਰਦਾ ਟੁੱਟ ਜਾਏ। ਉਹਦਾ ਹਿਰਦਾ ਜੋੜਨਾ ਤੇ ਉਹਨੂੰ ਮਿਠਾਸ ਨਾਲ ਭਰ ਦੇਣਾ। ਤੇਰੇ ਚੰਗੇ ਬੋਲੇ ਹੋਏ ਬਚਨ ਟੁੱਟੇ ਹੋਏ ਨੂੰ ਵੀ ਜੋੜ ਕੇ ਰੱਖ ਦੇਣਗੇ। ਤੇਰੇ ਚੰਗੇ ਬੋਲੇ ਹੋਏ ਬਚਨ ਕ੍ਰੋਧ ਨਾਲ ਭਰੇ ਹੋਏ ਨੂੰ ਵੀ ਠੰਡਿਆਂ ਕਰਕੇ ਰੱਖ ਦੇਣਗੇ। ਤੇਰੇ ਚੰਗੇ ਬੋਲੇ ਹੋਏ ਬਚਨ ਕਿਸੇ ਦਾ ਜੀਵਨ ਸਵਾਰ ਦੇਣਗੇ। ਪਰ ਸੱਜਣਾ ਖਿਆਲ ਕਰੀ, ਜੇ ਕਿਤੇ ਆਪਣੀ ਰਸਨਾ ਤੋਂ ਤੂੰ ਮੰਦੀ ਸ਼ਬਦਾਵਲੀ ਭੱਦੇ ਬਚਨ ਵਰਤ ਲਏ, ਹੋ ਸਕਦਾ ਕਿਸੇ ਜੋੜੇ ਹੋਏ ਨੂੰ ਵੀ ਤੋੜ ਕੇ ਰੱਖ ਦੇਣ। ਹੋ ਸਕਦਾ ਕਿਸੇ ਨੂੰ
ਪ੍ਰੇਮ ਵਿੱਚ ਭਰੇ ਹੋਏ ਨੂੰ ਵੀ ਤੇਰੇ ਬਚਨ ਕ੍ਰੋਧ ਨਾਲ ਭਰ ਕੇ ਰੱਖ ਦੇਣ। ਸੱਜਣਾ, ਤੇਰੇ ਬਚਨ ਕਿਸੇ ਦਾ ਜੀਵਨ ਤੇ ਕੀ ਸਵਾਰਨ। ਹੋ ਸਕਦਾ ਤੇਰਾ ਬੋਲੇ ਹੋਏ ਬਚਨ, ਤੇਰੀ ਵਰਤੀ ਹੋਈ ਸ਼ਬਦਾਵਲੀ ਉਹਦਾ ਜੀਵਨ ਸਵਾਰਨ ਦੀ ਬਜਾਏ ਉਹਨੂੰ ਬਰਬਾਦ ਕਰਕੇ ਰੱਖ ਦੇਣ। ਇਸ ਲਈ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਵਡਿਆਈ ਕਰਦਿਆਂ ਭੱਟ ਕੱਲ ਜੀ ਕਹਿੰਦੇ ਨੇ ਕਿ ਜਦੋਂ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸ਼ਬਦਾਵਲੀ, ਉਹਨਾਂ ਦੇ ਬਚਨਾਂ ਨੂੰ ਵੇਖਿਆ ਨਾ, ਤੇ ਉਹਨਾਂ ਦੇ ਬਚਨਾਂ ਤੋਂ, ਉਹਨਾਂ ਦੀ ਸ਼ਬਦਾਵਲੀ ਤੋਂ, ਉਹਨਾਂ ਦੀ ਬਾਣੀ ਤੋਂ ਇਸ ਗੱਲ ਦਾ ਪ੍ਰਗਟਾਵਾ ਹੋਇਆ ਕਿ ਉਹਨਾਂ ਦੀ ਬਾਣੀ ਬੜੀ ਹੀ ਜ਼ਿਆਦਾ ਮਿਠਾਸ ਨਾਲ ਭਰੀ ਹੋਈ ਹੈ। ਕਿਉਂਕਿ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿੱਚ ਪਹੁੰਚ ਕੇ ਭੱਟ ਸਾਹਿਬਾਨਾਂ ਨੇ ਗੁਰੂ ਨਾਨਕ ਦੀ ਬਾਣੀ ਨੂੰ ਵੀ ਪੜ੍ਹਿਆ, ਗੁਰੂ ਅੰਗਦ ਸਾਹਿਬ ਦੀ ਬਾਣੀ ਵੀ ਪੜ੍ਹੀ, ਤੇ ਉਹ ਬਾਣੀ ਗੁਰੂ ਅਮਰਦਾਸ ਸਾਹਿਬ ਦੀ ਵੀ ਪੜ੍ਹਦੇ ਨੇ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਣੀ ਪੜ੍ਹ ਕੇ ਇਹ ਗੱਲ ਮਹਿਸੂਸ ਹੁੰਦੀ ਹੈ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਣੀ, ਉਹਨਾਂ ਦੇ ਬਚਨ ਮਿਠਾਸ ਨਾਲ ਭਰੇ ਤੇ ਮਨੁੱਖਾਂ ਨੂੰ ਜੀਵਨ ਜਾਚ ਬਖਸ਼ਣ ਵਾਲੇ ਹਨ। ਧੰਨ ਸਤਿਗੁਰ ਸੇਵਿਓ, ਜਿਸ ਪਸਾਏ ਗਤ ਅਗੰਮ ਜਾਣੀ। ਫਿਰ ਕਹਿੰਦੇ ਧੰਨ ਸਤਿਗੁਰ ਸੇਵਿਓ। ਧੰਨ ਨੇ ਉਹ ਜਿਨ੍ਹਾਂ ਸਤਿਗੁਰ ਸੇਵਿਆ, ਜਿਨ੍ਹਾਂ ਨੇ ਗੁਰੂ ਨੂੰ ਚੇਤੇ ਕੀਤਾ, ਜਾਂ ਇਉਂ ਕਹਿ ਲਓ ਜਿਨ੍ਹਾਂ ਨੇ ਗੁਰੂ ਨਾਲ ਆਪਣਾ ਆਪਾ ਜੋੜਿਆ। ਇਸ ਪੰਕਤੀ ਦੇ ਅਰਥ ਦੋ ਤਰੀਕਿਆਂ ਨਾਲ ਕੀਤੇ ਗਏ। ਇੱਕ ਤੇ ਆ ਵੀ ਜਿਨ੍ਹਾਂ ਨੇ ਗੁਰੂ ਨਾਲ ਆਪਣਾ ਆਪਾ ਜੋੜ ਲਿਆ ਉਹ ਧੰਨ ਨੇ, ਪਰ ਨਾਲ ਇੱਥੇ ਜਿਹੜਾ ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਕੀਤੇ, ਉਹਨਾਂ ਇਹ ਕੀਤੇ ਕਿ ਧੰਨ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ, ਜਿਨ੍ਹਾਂ ਨੇ ਆ ਕਰਕੇ ਆਪਣਾ ਆਪਾ ਗੁਰੂ ਅੰਗਦ ਦੇਵ ਸਾਹਿਬ ਨੂੰ ਸਮਰਪਿਤ ਕੀਤਾ। ਧੰਨ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਜਿਨ੍ਹਾਂ ਨੇ ਆਪਣੇ ਦਰ ਦੇ ਉੱਤੇ ਆਏ ਗੁਰੂ ਅਮਰਦਾਸ ਸਾਹਿਬ ਨੂੰ ਨਿਵਾਜਿਆ, ਉਹਨਾਂ ਉੱਤੇ ਰਹਿਮਤਾਂ ਕੀਤੀਆਂ, ਉਹਨਾਂ ਉੱਤੇ ਬਖਸ਼ਿਸ਼ ਵਰਤਾਈ। ਧੰਨ ਸਤਿਗੁਰ ਸੇਵਿਓ, ਜਿਸ ਪਸਾਏ, ਪਸਾਏ ਤੋਂ ਭਾਵ ਪਰਸਨਾ ਕਿਰਪਾ ਦੇ ਨਾਲ, ਰਹਿਮਤ ਦੇ ਨਾਲ, ਜਿਨ੍ਹਾਂ ਨੇ ਗੁਰੂ ਜੀ ਦੀ ਪ੍ਰਸੰਨਤਾ ਦੇ ਸਦਕਾ, ਗੁਰੂ ਜੀ ਦੀ ਰਹਿਮਤ ਦੇ ਸਦਕਾ ਗਤ ਅਗੰਮ ਜਾਣੀ। ਅਗੰਮ ਦੀ ਗਤ ਨੂੰ ਜਾਣਿਆ, ਜਾਂ ਇਉਂ ਕਹਿ ਲਓ ਉਸ ਮਾਰਗ ਦੇ ਬਾਰੇ ਵੀ ਪਤਾ ਲੱਗ ਗਿਆ ਜਿਸ ਮਾਰਗ ਤੱਕ ਪਹੁੰਚਿਆ ਨਹੀਂ ਸੀ ਜਾ ਸਕਦਾ। ਉਸ ਅਕਾਲ ਪੁਰਖ ਦੇ ਬਾਰੇ ਵਿੱਚ ਵੀ ਸੋਝੀ ਮਿਲ ਗਈ, ਜਿਸ ਅਕਾਲ ਪੁਰਖ ਦੇ ਬਾਰੇ ਵਿੱਚ ਕੁਝ ਪਤਾ, ਕੁਝ ਜਾਣਿਆ ਨਹੀਂ ਸੀ। ਜਦੋਂ ਗੁਰੂ ਅਮਰਦਾਸ ਸਾਹਿਬ ਜੀ ਚੱਲ ਕੇ ਗੁਰੂ ਅੰਗਦ ਸਾਹਿਬ ਦੇ ਦਰ ਤੇ ਆਏ, ਸਤਿਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਅਗੰਮ ਦੀ ਗਤੀ ਨੂੰ ਵੀ ਜਾਣ ਲਿਆ। ਕੁਲ ਸੰਭੂ ਸਮੁਦਰੇ, ਪਾਇਓ ਨਾਮ ਨਿਵਾਸ। ਸਕਿਆਥ ਜਨਮ ਕਲ ਚਰੈ, ਗੁਰ ਪਰਸਿਓ ਅਮਰ ਪ੍ਰਗਾਸ। ਫਿਰ ਕਹਿੰਦੇ ਜਿਨ੍ਹਾਂ ਗੁਰੂ ਦਾ ਆਸਰਾ ਲਿਆ, ਕੁੱਲ ਸਮੂਹ ਸਮੁਦਰੇ। ਸਮੂਹ ਮਤਲਬ ਕੁਟੰਬ, ਪਰਿਵਾਰ ਆਪਣਾ, ਆਪਣੀ ਕੁੱਲ, ਸਾਰੇ ਦਾ ਸਾਰਾ। ਕੁੱਲ ਸਮੂਹ ਮਤਲਬ ਸਾਰੇ ਦਾ ਸਾਰੀ ਕੁੱਲ। ਸਮੁਦਰੇ ਤਾਰ ਲਈ ਆਪਣੀ ਚੰਗੀ ਤਰੀਕੇ ਦੇ ਨਾਲ। ਪਾਇਓ ਨਾਮ ਨਿਵਾਸ, ਪਰ ਕਦੋਂ? ਜਦੋਂ ਨਾਮ ਵਿੱਚ ਨਿਵਾਸ ਪਾ ਲਿਆ। ਜੇ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਬਾਰੇ ਲੈ ਕੇ ਚੱਲਾਂਗੇ ਤੇ ਫਿਰ ਇਸ ਤਰੀਕੇ ਅਰਥ ਕੀਤੇ ਜਾਣਗੇ ਕਿ ਜਦੋਂ ਗੁਰੂ ਅਮਰਦਾਸ ਸਾਹਿਬ ਨੇ ਆ ਕੇ ਗੁਰੂ ਅੰਗਦ ਪਾਤਸ਼ਾਹ ਦੇ ਦਰ ਉੱਤੇ ਨਾਮ ਵਿੱਚ ਨਿਵਾਸ ਲਿਆ, ਗੁਰੂ ਅੰਗਦ ਦੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣੇ, ਤੇ ਉਹ ਆਪਣੇ ਪਰਿਵਾਰ, ਆਪਣੀ ਕੁੱਲ ਸਮੇਤ ਸਾਰੇ ਦੇ ਸਾਰੇ ਪਰਿਵਾਰ ਨੂੰ ਉਹਨਾਂ ਤਾਰ ਲਿਆ। ਇੱਕ ਤੇ ਅਰਥ ਇਹ ਬਣਨਗੇ। ਦੂਜਾ ਇਹ, ਜਿਨ੍ਹਾਂ ਨੇ ਵੀ, ਕੋਈ ਵੀ ਹੋਵੇ, ਜਦੋਂ ਆ ਕੇ ਉਹ ਰੱਬੀ ਨਾਮ ਵਿੱਚ ਨਿਵਾਸ ਹਾਸਲ ਕਰ ਲੈਂਦਾ, ਮਤਲਬ ਜਦੋਂ ਉਹ ਰੱਬੀ ਯਾਦ ਵਿੱਚ ਜੁੜ ਜਾਂਦਾ ਹੈ, ਰੱਬੀ ਚਿੰਤਨ ਵਿੱਚ ਜੁੜਨ ਵਾਲਾ ਆਪ ਤੇ ਤਰਦਾ ਹੀ ਤਰਦਾ, ਆਪਣੇ ਨਾਲ ਨਾਲ ਆਪਣੀਆਂ ਕੁੱਲਾਂ, ਆਪਣੀਆਂ ਪੁਸ਼ਤਾਂ ਤੱਕ ਵੀ ਤਾਰ ਲੈਂਦਾ। ਕੋਈ ਹੋਵੇ, ਇਹ ਨਹੀਂ ਕਿ ਕੋਈ ਖਾਸ ਹੋਏਗਾ ਜਾਂ ਕੋਈ ਖਾਸ ਇਨਸਾਨ, ਕੋਈ ਖਾਸ ਫਿਰਕੇ ਨਾਲ ਸੰਬੰਧ ਰੱਖਣ ਵਾਲਾ ਹੋਏਗਾ, ਨਹੀਂ। ਸਤਿਗੁਰੂ ਨੇ ਸਿੱਧੇ ਲਫ਼ਜ਼ਾਂ ਵਿੱਚ ਭੱਟ ਜੀ ਨੇ ਬਚਨ ਵਰਤੇ, ਕਹਿੰਦੇ ਕੁੱਲ ਸਮੂਹ ਸਮੁਦਰੇ। ਉਹ ਆਪਣੀ ਸਾਰੀ ਦੀ ਸਾਰੀ ਕੁੱਲ ਨੂੰ ਚੰਗੀ ਤਰ੍ਹਾਂ ਤਾਰ ਲੈਂਦੇ ਨੇ। ਪਾਇਓ ਨਾਮ ਨਿਵਾਸ, ਜਿਨ੍ਹਾਂ ਨੇ ਨਾਮ ਦੇ ਵਿੱਚ ਵਾਸਾ ਪਾ ਲਿਆ,
ਨਾਮ ਨੇ ਦੇ ਵਿੱਚ ਜਿਨ੍ਹਾਂ ਨਿਵਾਸ ਹਾਸਲ ਕਰ ਲਿਆ, ਨਾਮ ਦਾ ਸਹਾਰਾ ਜਿਨ੍ਹਾਂ ਲੈ ਲਿਆ, ਜਾਂ ਇਉਂ ਕਹਿ ਲਈਏ ਜਿਹੜੇ ਗੁਰੂ ਦੇ ਹੁਕਮ ਅਨੁਸਾਰ, ਰੱਬ ਦੇ ਹੁਕਮ ਅਨੁਸਾਰ ਜਿਨ੍ਹਾਂ ਨੇ ਆਪਣਾ ਜੀਵਨ ਬਣਾ ਲਿਆ, ਰੱਬ ਦੇ ਹੁਕਮ ਅਨੁਸਾਰ ਜਿਨ੍ਹਾਂ ਦੀ ਜੀਵਨੀ ਬਣ ਗਈ ਨਾ, ਉਹਨਾਂ ਨੇ ਆਪਣਾ ਪਰਿਵਾਰ, ਆਪਣੀ ਕੁੱਲ ਜਿਹੜੀ ਨਾ ਉਹਨੂੰ ਸਾਰੀ ਦੀ ਸਾਰੀ ਨੂੰ ਤਾਰ ਲਿਆ। ਸਾਰੀ ਕੁੱਲ ਸਮੇਤ ਆਪ ਵੀ ਤਰ ਗਏ ਤੇ ਆਪਣੀ ਕੁੱਲ ਵੀ, ਆਪਣੇ ਪਰਿਵਾਰ ਨੂੰ ਵੀ ਉਹਨਾਂ ਸਾਧਾਰ ਲਿਆ। ਫਿਰ ਕਹਿੰਦੇ ਸਕਿਆਥ ਜਨਮ ਕੱਲ ਹੀ ਉਚਰ ਹੈ। ਕਹਿੰਦੇ ਭੱਟ ਕੱਲ ਜੀ ਵੀ ਮੈਂ ਉਚਰ ਰਿਹਾ, ਸਕਿਆਥ ਜਨਮ, ਜਨਮ ਸਫਲ ਹੈ ਉਹਨਾਂ ਦਾ। ਗੁਰ ਪਰਸਿਓ ਅਮਰ ਪ੍ਰਗਾਸ, ਜਿਨ੍ਹਾਂ ਨੇ ਆਪਣੀ ਜੀਵਨੀ ਦੇ ਅੰਦਰ, ਆਪਣੀ ਜ਼ਿੰਦਗੀ ਦੇ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਪਰਸਿਆ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਦੀ ਸੰਗਤ ਜਿਨ੍ਹਾਂ ਕੀਤੀ, ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਤੇ ਸਪਰਸ਼ਤਾ ਜਿਨ੍ਹਾਂ ਨੇ ਕੀਤੀ, ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਦੇ ਦਰ ਤੇ ਚੱਲ ਕੇ ਆ ਜਾਂਦੇ ਨੇ, ਸਕਿਆਥ ਜਨਮ, ਉਹਨਾਂ ਦਾ ਜਨਮ ਸਫਲ ਹੋ ਜਾਂਦਾ। ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਉਹਨਾਂ ਦੇ ਜੀਵਨ ਵਿੱਚ ਪ੍ਰਗਾਸ ਹੀ ਪ੍ਰਗਾਸ ਭਰ ਦਿੰਦੇ, ਚਾਨਣ ਹੀ ਚਾਨਣ ਭਰ ਦਿੰਦੇ, ਖਿੜਾਓ ਹੀ ਖਿੜਾਓ ਦੇ ਦਿੰਦੇ ਜ਼ਿੰਦਗੀ ਦੇ ਅੰਦਰ, ਜਿਹੜਾ ਚੱਲ ਕੇ ਜੀਵ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਦਰ ਤੇ ਆ ਜਾਂਦਾ। ਥੋੜਾ ਜਿਹਾ ਹੁਣ ਖਿਆਲ ਕਰਿਓ, ਭੱਟ ਕੱਲ ਜੀ ਨੇ ਨਾ ਸਤਿਗੁਰੂ ਅਮਰਦਾਸ ਸਾਹਿਬ ਜੀ ਦੀ ਸ਼ੋਭਾ ਗਾਇਨ ਕਰਦੇ ਆ, ਨਾਲ ਨਾਲ ਉਹਨਾਂ ਦਾ ਪਿਛੋਕੜ ਵੀ ਉਹ ਨਾਲ ਰੱਖ ਰਹੇ ਨੇ। ਇਹ ਸਵਈਆ ਜਿਹੜਾ ਆਪਾਂ ਵਿਚਾਰਿਆ, ਇਹਦੇ ਵਿੱਚ ਪਹਿਲਾਂ ਉਹਨਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਦੀ ਬਾਤ ਕੀਤੀ, ਉਹਨਾਂ ਦੀ ਜੀਵਨ ਦੇ ਕਰਮ ਕੈਸੇ, ਨੇਮ ਕੈਸਾ ਉਹਨਾਂ ਦਾ। ਫਿਰ ਉਸ ਨੇਮ ਦੇ ਸਦਕਾ ਜਿਨ੍ਹਾਂ ਨੇ ਨੇਮ ਐਸਾ ਬਣਾ ਲਿਆ ਆਪਣਾ, ਕੈਸਾ, ਨਾਮ ਨਾਵਣ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਸਦਾ ਚਾਹੇ ਮੁਖ ਮਿਸ਼ਟ ਬਾਣੀ, ਜਿਨ੍ਹਾਂ ਨੇ ਨੇਮ ਐਸਾ ਬਣਾਇਆ। ਉਹਨਾਂ ਦੇ ਜੀਵਨ ਵਿੱਚ ਨਾ ਹੁਣ ਇੱਕ ਖਿਆਲ ਨਾਲ ਇਹ ਵੀ ਰੱਖਦੇ ਚੱਲਿਓ, ਗੁਰੂ ਅਮਰਦਾਸ ਪਾਤਸ਼ਾਹ ਤੇ ਗੁਰਤਾ ਗੱਦੀ ਦੇ ਮਾਲਕ ਬਣ ਗਏ। ਕਿਤੇ ਨਾ ਕਿਤੇ ਜਾ ਕੇ ਅਸੀਂ ਸ਼ਾਇਦ ਇਹ ਕਹਿ ਦਾਂਗੇ ਜੀ ਗੁਰੂ ਅਮਰਦਾਸ ਪਾਤਸ਼ਾਹ ਦਾ ਤੇ ਜਿਹੜਾ ਸੰਗ ਕਰੇਗਾ ਉਹਨੇ ਤੇ ਤਰਨਾ ਹੀ ਹੈ, ਕਿਉਂਕਿ ਉਹ ਖੁਦ ਗੁਰੂ ਸਰੂਪ, ਗੁਰੂ ਰੂਪ, ਅਕਾਲ ਪੁਰਖ ਦਾ ਰੂਪ ਨੇ। ਪਰ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸਮਕਾਲ ਕਦੇ ਵਿਚਾਰ ਕੇ ਵੇਖੋ। ਗੁਰੂ ਅਮਰਦਾਸ ਪਾਤਸ਼ਾਹ ਜੀ ਜਦੋਂ ਗੁਰਤਾ ਗੱਦੀ ਦੇ ਉੱਤੇ ਸੁਭਾਏਮਾਨ ਨੇ ਨਾ, ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਬੜਾ ਮਾਣ, ਸਤਿਕਾਰ ਤੇ ਅਦਬ ਦਿੱਤਾ। ਕਿਸੇ ਸਿੱਖ ਨੂੰ ਸਤਿਗੁਰੂ ਪਾਤਸ਼ਾਹ ਜੀ ਪਰਮਹੰਸ ਦਾ ਖਿਤਾਬ ਦਿੰਦੇ ਨੇ, ਕਿਸੇ ਨੂੰ ਸਤਿਗੁਰੂ ਪਾਤਸ਼ਾਹ ਕੋਈ ਖਿਤਾਬ ਦੇ ਕੇ ਨਿਵਾਜਦੇ, ਕਿਸੇ ਨੂੰ ਮੱਥੋ ਮੁਰਾਰੀ ਬਣਾ ਕੇ ਸਤਿਗੁਰੂ ਪਾਤਸ਼ਾਹ ਨਿਵਾਜਦੇ ਨੇ। ਇਹ ਸਾਰੇ ਦੀਆਂ ਸਾਰੀਆਂ ਬਖਸ਼ਿਸ਼ਾਂ ਧੰਨ ਗੁਰੂ ਅਮਰਦਾਸ ਜੀ ਦੀਆਂ। ਔਰ ਇੰਨੀ ਗੱਲ ਨਾਲ ਖਿਆਲ ਰੱਖਦੇ ਚੱਲਿਓ, ਜਿੰਨੇ ਗੁਰਮੁਖ ਪਿਆਰਿਆਂ ਨੇ ਸਤਿਗੁਰੂ ਅਮਰਦਾਸ ਜੀ ਦੀ ਪ੍ਰਸੰਨਤਾ ਨੂੰ ਹਾਸਲ ਕੀਤਾ ਨਾ, ਤੇ ਮਾਲਕ ਜੀ ਦੇ ਉਹਨਾਂ ਗੁਰਮੁਖ ਪਿਆਰਿਆਂ ਗੁਰਸਿੱਖਾਂ ਦਾ ਜੀਵਨ ਕਿਤੇ ਪੜ੍ਹ ਕੇ ਵੇਖੋ, ਜਿਹੜੇ ਉਹਨਾਂ ਦੇ ਪਾਏ ਪੂਰਨਿਆਂ ਤੇ ਵੀ ਤੁਰਦੇ ਰਹੇ ਨਾ, ਪਾਰ ਉਤਾਰਾ ਉਹਨਾਂ ਦਾ ਵੀ ਹੁੰਦਾ ਗਿਆ। ਹੁਣ ਇਹ ਅਗਾਂਹ ਜਾ ਕੇ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਦਾ ਆਪਾਂ ਜੀਵਨ ਪੜ੍ਹਦੇ ਆ ਨਾ, ਤੇ ਸਤਿਗੁਰੂ ਜੀ ਨੇ ਪ੍ਰਤੱਖ ਰੂਪ ਵਿੱਚ ਹੀ ਲਫ਼ਜ਼ ਵਰਤੇ ਸਨ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣਹਾਰਾ। ਹੁਣ ਸਤਿਗੁਰੂ ਨੇ ਆਪਣੇ ਸਿੱਖਾਂ ਨੂੰ ਬੋਹਿਥ ਬਣਾ ਕੇ ਨਿਵਾਜਿਆ। ਜਿਨਨੇ ਸਤਿਗੁਰੂ ਦੀ ਸਿੱਖੀ ਨੂੰ ਆਪਣੇ ਜੀਵਨ ਵਿੱਚ ਕਮਾਇਆ, ਸਿੱਖੀ ਨੂੰ ਧਾਰਨ ਕੀਤਾ, ਗੁਰੂ ਦੇ ਆਸ਼ੇ ਮੁਤਾਬਕ ਜਿਨਨੇ ਜੀਵਨ ਬਣਾ ਲਿਆ, ਗੁਰੂ ਦੇ ਆਸ਼ੇ ਮੁਤਾਬਕ ਚੱਲਣ ਵਾਲਿਆ ਜੀਵਨ ਇੰਨਾ ਉੱਚਾ ਤੇ ਸੁੱਚਾ ਬਣ ਗਿਆ, ਜੇ ਕਿਤੇ ਕੋਈ ਉਹਨਾਂ ਦਾ ਵੀ ਸਹਾਰਾ ਲੈਂਦਾ ਨਾ, ਉਹਨਾਂ ਦੇ ਵੀ ਪਾਏ ਪੂਰਨਿਆਂ ਤੇ ਚੱਲਦਾ। ਕਿਉਂਕਿ ਸਿੱਖ ਦੇ ਜੀਵਨ ਦਾ ਅੰਗ ਬਾਣੀ ਹੈ, ਸਿੱਖ ਦੇ ਜੀਵਨ ਦਾ ਅੰਗ ਗੁਰੂ ਪਾਤਸ਼ਾਹ ਦਾ ਦਰਸਾਇਆ ਮਾਰਗ ਹੈ। ਤੇ ਜਦੋਂ ਸਿੱਖ ਬਾਣੀ ਦੇ ਮੁਤਾਬਕ ਚੱਲਦਾ, ਗੁਰੂ ਦੇ ਦਰਸਾਏ ਮਾਰਗ ਤੇ ਚੱਲਦਾ ਹੈ, ਤੇ ਜੇ ਕੋਈ ਵੇਖਣ ਵਾਲਾ ਉਹਦੇ ਅਨੁਸਾਰ ਚੱਲਣ ਲੱਗ ਜਾਏ, ਉਹਦੇ ਤੋਂ ਪੁੱਛਣ ਲੱਗ ਜਾਏ, ਤੇ ਇਹ ਨਹੀਂ ਆਖੇਗਾ ਉਹ ਵੀ ਤੂੰ ਮੇਰੇ ਮਗਰ ਚੱਲ, ਉਹ ਇਹੀ ਆਖੇਗਾ ਸੱਜਣਾ ਜੇ ਤੂੰ ਚੱਲਣਾ ਤੇ ਸਤਿਗੁਰੂ ਦੀ ਬਾਣੀ ਅਨੁਸਾਰ ਚੱਲਿਆ ਕਰ। ਸਿੱਖਾਂ ਨੇ ਜਦੋਂ ਜੋੜਿਆ ਨਾ, ਉਤੇ ਅਗਾਂਹ ਜਾ ਕੇ ਆਪਾਂ ਪੜ੍ਹਦੇ ਆ ਨਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੇਲੇ ਵੀ ਸਤਿਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੇਖਿਆ ਵੀ ਮਸੰਦਾਂ ਦਾ ਜੀਵਨ ਬੜਾ ਗਰਕ ਚੁੱਕਿਆ,
ਤੇ ਮਾਲਕ ਨੂੰ ਸਾੜਨੇ ਪੈ ਗਏ। ਪਰ ਉਸ ਤੋਂ ਪਹਿਲਾਂ ਜਦੋਂ ਮੰਜੀ ਪ੍ਰਥਾ ਚੱਲਦੀ ਹੈ, ਮਸੰਦ ਪ੍ਰਥਾ ਚੱਲਦੀ ਹੈ, ਉਹ ਸਾਰੇ ਬੜੇ ਉੱਚੇ ਤੇ ਸੁੱਚੇ ਜੀਵਨ ਦੇ ਮਾਲਕ ਨੇ। ਔਰ ਉਹਨਾਂ ਦਾ ਜੀਵਨ ਇਸ ਗੱਲ ਦਾ ਪ੍ਰਗਟਾਵਾ ਕਰ ਰਿਹਾ ਕਿ ਉਹ ਜਿਸ ਵੀ ਇਲਾਕੇ 'ਚ ਜਾਂਦੇ ਸੰਗਤਾਂ ਦੇ ਨਾਲ ਗੁਰਬਾਣੀ ਵਿਚਾਰਦੇ ਨੇ, ਸੰਗਤਾਂ ਨਾਲ ਬੈਠ ਕੇ ਗੁਰੂ ਕੀਆਂ ਬਾਤਾਂ ਪਾਉਂਦੇ ਨੇ, ਸੰਗਤਾਂ ਨਾਲ ਬੈਠ ਕਰਕੇ ਸਤਿਗੁਰੂ ਦੀ ਸ਼ੋਭਾ ਨੂੰ ਗਾਉਂਦੇ ਨੇ, ਔਰ ਭੁੱਲੇ ਭਟਕਿਆਂ ਹੋਇਆਂ ਨੂੰ ਉਹ ਸਿੱਧੇ ਮਾਰਗ ਦੇ ਉੱਤੇ ਪਾਉਂਦੇ। ਪ੍ਰਚਾਰਕ ਗੁਰੂ ਸਾਹਿਬ ਨੇ ਬਣਾ ਕੇ ਥਾਪੇ। ਉਹ ਪ੍ਰਚਾਰ ਕਰਦੇ ਬਾਣੀ ਦਾ, ਪ੍ਰਚਾਰ ਕਰਦੇ ਸਤਿਗੁਰੂ ਜੀ ਦੇ ਘਰ ਦਾ, ਗੁਰੂ ਕੀ ਸਿੱਖੀ ਦਾ, ਤੇ ਪ੍ਰਚਾਰ ਕਰਦਿਆਂ ਹੋਇਆਂ ਸਤਿਗੁਰੂ ਜੀ ਦੀ ਸਿੱਖੀ ਦੀ ਔਰ ਮਾਲਕ ਜੀ ਦੀ ਬਾਣੀ ਦਾ ਪ੍ਰਚਾਰ ਕਰਕੇ ਤੇ ਭੁੱਲੇ ਭਟਕਿਆਂ ਨੂੰ ਸਿੱਧੇ ਮਾਰਗ ਤੇ ਪਾਉਂਦੇ। ਹੁਣ ਉਹਨਾਂ ਨੂੰ ਸਤਿਗੁਰੂ ਨੇ ਨਿਵਾਜਿਆ। ਜਿਹੜੀ ਮੈਂ ਬੇਨਤੀ ਆਪ ਜੀ ਦੇ ਚਰਨਾਂ 'ਚ ਕਰਨੀ ਚਾਹੁੰਦਾ ਉਹ ਇਹ ਹੈ ਕਿ ਜਦੋਂ ਅਸੀਂ ਕਿਸੇ ਰੱਬ ਨਾਲ ਜੁੜੇ ਹੋਏ ਦੇ ਚਰਨਾਂ ਨੂੰ ਪਰਸਦੇ ਹਾਂ ਨਾ, ਉਹਦੀ ਸੇਵਾ ਵਿੱਚ ਜੁੜਦੇ ਹਾਂ, ਤੇ ਉਹਦੀ ਸੇਵਾ ਵਿੱਚ ਜੁੜਿਆਂ ਖਿਆਲ ਰੱਖਿਓ ਅਸੀਂ ਆਪ ਵੀ ਤਰਦੇ ਹਾਂ ਤੇ ਸਾਡੀ ਕੁੱਲ ਦਾ ਵੀ ਉਧਾਰ ਹੁੰਦਾ। ਰੱਬ ਦੇ ਚਰਨਾਂ ਨਾਲ ਜੁੜੇ, ਕਿਉਂਕਿ ਰੱਬ ਨਾਲ ਜੁੜਿਆ ਜਦੋਂ ਸਾਨੂੰ ਵੀ ਜੋੜੇਗਾ ਆਪਣੇ ਨਾਲ ਨਹੀਂ, ਉਹਨੇ ਰੱਬ ਨਾਲ ਹੀ ਜੋੜਨਾ। ਗੁਰੂ ਨਾਲ ਜੁੜਿਆ ਜਦੋਂ ਸਾਨੂੰ ਜੋੜੇਗਾ ਤੇ ਉਹਨੇ ਗੁਰੂ ਨਾਲ ਹੀ ਜੋੜਨਾ, ਆਪਣੇ ਨਾਲ ਨਹੀਂ ਜੋੜੇਗਾ। ਗੁਰੂ ਅਮਰਦਾਸ ਪਾਤਸ਼ਾਹ ਨੇ 11 ਸਾਲ ਸੇਵਾ ਕਮਾਈ ਕਿ ਸਤਿਗੁਰੂ ਦਾ ਜੀਵਨ ਵੇਖ ਕੇ ਮਾਲਕ ਤੋਂ ਸੰਗਤ ਪ੍ਰਭਾਵਿਤ ਨਹੀਂ ਹੁੰਦੀ ਹੋਏਗੀ। ਸੁਭਾਵਿਕ ਜਿਹੀ ਗੱਲ ਹੈ। ਇੰਨਾ ਚੰਗਾ ਉੱਚਾ ਸੁੱਚਾ ਜੀਵਨ ਵੇਖ ਕੇ, 11 ਸਾਲ ਲਗਾਤਾਰ ਸੇਵਾ ਵੇਖ ਕੇ, ਸਤਿਗੁਰੂ ਦਾ ਜੀਵਨ ਵੇਖ ਕੇ ਤੇ ਸੰਗਤ ਨੇ ਪ੍ਰਭਾਵਿਤ ਹੋ ਕੇ ਗੁਰੂ ਅਮਰਦਾਸ ਪਾਤਸ਼ਾਹ ਤੋਂ ਵੀ ਤੇ ਪੁੱਛਿਆ ਹੋਣਾ ਨਾ, ਸਾਡਾ ਉਧਾਰ ਤੁਸੀਂ ਹੀ ਕਰ ਦਿਓ, ਸਾਡੇ ਤੇ ਕਿਰਪਾ ਵਰਤਾ ਦਿਓ। ਤੇ ਕੀ ਗੁਰੂ ਅਮਰਦਾਸ ਨੇ ਕਿਹਾ ਹੋਣਾ ਵੀ ਮੇਰੇ ਚਰਨਾਂ ਤੇ ਸਪਰਸ਼ਤਾ ਕਰਿਆ ਕਰੋ, ਮੇਰੇ ਚਰਨਾਂ ਤੇ ਆ ਕੇ ਸੀਸ ਨਵਾਇਆ ਕਰੋ। ਸਤਿਗੁਰੂ ਨੇ ਜਵਾਬ 'ਚ ਇਹੀ ਆਖਿਆ ਹੋਣਾ ਨਾ, ਗੁਰੂ ਅੰਗਦ ਦੇ ਪਾਤਸ਼ਾਹ ਦੇ ਦਰ ਤੇ ਜਾਓ, ਮੈਂ ਵੀ ਉਹਨਾਂ ਦਾ ਸਹਾਰਾ ਲੈ ਕੇ ਆਪਣਾ ਜੀਵਨ ਸਵਾਰਿਆ, ਤੁਸੀਂ ਵੀ ਜਾ ਕੇ ਉਹਨਾਂ ਦਾ ਸਹਾਰਾ ਲਓ, ਤੁਹਾਡੇ ਜੀਵਨ ਦਾ ਵੀ ਉਧਾਰ ਹੋ ਜਾਵੇਗਾ। ਇਸ ਤਰੀਕੇ ਦੇ ਨਾਲ ਅੱਜ ਭੱਟ ਕੱਲ ਜੀ ਆਖਦੇ, ਜਿਨ੍ਹਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਦਾ ਸਹਾਰਾ ਲਿਆ, ਉਹਨਾਂ ਦਾ ਜਨਮ ਸਕਿਅੱਥ, ਜਨਮ ਸਫਲ ਹੋ ਗਿਆ, ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਨੇ ਉਹਨਾਂ ਦਾ ਜੀਵਨ ਪ੍ਰਗਾਸ, ਖੁਸ਼ੀ ਤੇ ਖੇੜੇ ਨਾਲ ਭਰ ਦਿੱਤਾ। ਸਤਿਗੁਰੂ ਜੀ ਕਿਰਪਾ ਕਰਨ, ਕਿਤੇ ਸਾਡੇ ਸਭਨਾਂ ਦੇ ਸਿਰਾਂ ਉੱਤੇ ਆਪ ਮਾਲਕ ਜੀ ਆਪਣਾ ਮਿਹਰ ਭਰਿਆ, ਬਖਸ਼ਿਸ਼ ਭਰਿਆ ਹੱਥ ਰੱਖਣ। ਕਿਤੇ ਸਤਿਗੁਰੂ ਜੀ ਦੀ ਰਹਿਮਤ ਦੇ ਸਦਕਾ ਸਾਡਾ ਜੀਵਨ ਵੀ ਖੁਸ਼ੀਆਂ ਨਾਲ, ਖੇੜਿਆਂ ਨਾਲ ਮਾਲਕ ਜੀ ਭਰ ਦੇਣ। ਆਪਣੇ ਚਰਨਾਂ ਦਾ ਪ੍ਰੀਤ ਪਿਆਰ ਸਤਿਗੁਰੂ ਪਾਤਸ਼ਾਹ ਸਾਨੂੰ ਬਖਸ਼ਣ ਤੇ ਅਸੀਂ ਵੀ ਇਹ ਆਖ ਸਕੀਏ ਭਿੱਜ ਕੇ ਹਿਰਦੇ ਕਰਕੇ, ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ, ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ऐसे गुर को बल बल जाइए, ऐसे गुर को बल बल जाइए। आप मुकत मोहे तारै, आप मुकत मोहे तारै। आप मुकत मोहे तारै, आप मुकत मोहे तारै। ऐसे गुर को बल बल जाइए, ऐसे गुर को बल बल जाइए। ऐसे गुर को बल बल जाइए, ऐसे गुर को बल बल जाइए। सतगुरु पातशाह बख्शिश करन, साडे सबनां दे उत्ते अपनी मेहर दा हथ, किरपा दा हथ मालक पातशाह सिरां ते रखण। साडा भी पार उतारा इस संसार तो, पाप सागर तो हो जाए। मालक पातशाह जी दे दर्शाए मार्ग दे उत्ते सानू किते चलण दी जाच आ जाए, तां जो साडे ए लोक सुखीए परलोक सुहेले। नानक हर प्रभ आपे मेले। होइयां बेअंत भुल्लां दी खिमा बख्शणी।
ਆਓ ਸਤਿਗੁਰਾਂ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ। ਕੁਲ ਸੰਭੂ ਸਮੁਦਰੇ ਪਾਇਓ ਨਾਮ ਨਿਵਾਸ ਸਕਿਆਥ ਜਨਮ ਕਾਲੇ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।